तुमसे अजोरी साची प्रीत हम तुमसे अजोरी। सच्चो सच लिया दया करो दयाल, अपनी सिफत दियो दर्शन देख निहाल। नानक प्रीत है महला पंजवा, एको जपिए मने माहे, एकस की शरनाए। एक स्यों कर पिरहड़ी दूजी ना हिंजाए। तू फीस कहती थी राती कितनी फीस तेरी? मम्मा 60,000। 60,000 देनी तो मेरी तनख्वाह भी नहीं हैगी, मैं कित्थों देवां इन्नी फीस? कोई गल नहीं। कित्थे मेरी इन्नी तनख्वाह आ? मैं तो भुल गई एडे वड्डे कॉलेज दे विच तैनूं ला के। इत्थे धामी जांदे न्याणे पढ़दे आ, मेरे बस दी गल नहीं है। परमात्मा साथ देवे। मैं तुहाडीआं फीसां दे थक गई हां हुण। परमात्मा करे एक दिन जरूर आऊगा जब तुसीं अपने डैडी दा नाम रोशन करोगे। ते परमात्मा दी कृपा है। भैन पुत्र मेरी कित्थे इन्नी औकात आ कि मैं तुहानूं पढ़ा सकां। अल्लाह पर 60,000 लवली दा मां ते कटना। लवली प्रोफेशनल यूनिवर्सिटी मीनू तेरी कितनी फीस है? मीनू हाँ जी। कितनी फीस तेरी? मेरी 30,000। 30,000 पहले कितनी दी? कैश ले लूंगा? चल कोई नहीं, कैश ले जाना। दो बारी नहीं हो सकती फीस तेरी? हैं? हैं? मन लगा के पढ़ो। अच्छा अपने डैडी का नाम उच्चा चको। बहुत औखा है न्याणिਆਂ ਨੂੰ पढ़ाना। अच्छा आला फट किन्ने कटने कर ले कर ले जिन्ने कटने चलो ज्यादा है बाकी मोड़ ले आई। अच्छा मैं बिन बुन देखे नींद न आवे, नींद न आवे। बहुत जन्म बिछड़े थे माधो माधो। जन्म तुम्हारे लेके कंगरा
रविदास आस लग जीवो जीवो चिर भयो दर्शन मैं बिन गुर देखे नींद न आवे नींद न आवे मेरे मन तन वेद गुर बिरहु लगावे मेरे मन तन वेद गुर बिरहु लगावे मैं बिन गुर देखे नींद न आवे नींद न आवे मधुसूदन मेरे मन तन प्राण हाँ घर बिन दूजा न जाना कोई सजन संत मिले वड पावी मैं हर प्रभ प्यारा दसे दियो मैं हर प्रभ प्यारा दसे दियो मैं हर प्रभ प्यारा दसे जियो मैं बिन गुर देखे नींद न आवे नींद न आवे मैं बिन गुर देखे नींद न आवे नींद न आवे ਰੋਬਿਨ ਮੈਂ ਤੈਨੂੰ ਬਹੁਤ ਮਿਸ ਕਰਦੀ ਆ ਸੋਹਣੀ ਲੱਗਦੀ ਵੀ ਮੈਂ ਤੈਨੂੰ ਕੱਲ ਮੇਰੀ ਰਿਟਾਇਰਮੈਂਟ ਆ ਤੇ ਮੈਂ ਬਹੁਤ ਤੁਹਾਨੂੰ ਤੇ ਜੀਵਨ ਨੂੰ ਤੇ ਤੈਨੂੰ ਮਿਸ ਕਰਦੀ ਆ ਹੈ ਅਲਮਾਰੀ ਬਹੁਤ ਕੰਮ ਕੀਤਾ ਵੀ ਨਾ ਸਾਲਾ ਖਾਦਾ ਕੁਛ कितने डॉलर कमाए सब सारे पुछदे रोटी खाधी है कि नहीं कल्ली बाप खुश रह खुश
ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਸਾਰੇ ਜਣਿਆਂ ਦਾ ਦਿਲੋਂ ਧੰਨਵਾਦ, ਤੁਸੀਂ ਆਪਣੇ ਬਿਜੀ ਸਕੇਜੂਲ ਦੇ ਵਿੱਚੋਂ ਟਾਈਮ ਕੱਢਿਆ ਤੇ ਇਸ ਫੰਕਸ਼ਨ ਨੂੰ ਜੁਆਇਨ ਕੀਤਾ। ਦੂਜਾ ਥੈਂਕ ਯੂ ਕਰਦਾ ਮੈਂ ਫੈਮਿਲੀ ਮੈਂਬਰਸ ਦਾ ਜਿਨ੍ਹਾਂ ਨੇ ਇਹ ਫੰਕਸ਼ਨ ਆਰਗੇਨਾਈਜ਼ ਕੀਤਾ। ਕਿੱਦਾਂ ਫਿਰ ਨਾਨੇ, ਕੀ ਹਾਲ ਆ? ਮੇਰਾ ਪਿਆਰਾ ਜਿਹਾ ਪੁੱਤ, ਬਹੁਤ ਸੋਹਣੇ ਲੱਗਦੇ ਪਏ ਮਮਾ। ਬਹੁਤ ਸੋਹਣਾ ਸੂਟ ਪਾਇਆ ਹੋਇਆ ਆ। ਰਿਟਾਇਰਮੈਂਟ ਦਾ ਚਾਹ ਅੱਖਾਂ ਦੇ ਵਿੱਚ ਦੇਖੋ ਸਾਫ਼ ਨਜ਼ਰ ਆਉਂਦਾ ਪਿਆ। ਬਹੁਤ ਬਹੁਤ ਵਧਾਈਆਂ ਮਮਾ ਤੁਹਾਨੂੰ ਰਿਟਾਇਰਮੈਂਟ ਦੀਆਂ। 20 ਸਾਲਾਂ ਦੇ ਵਿੱਚ ਬਹੁਤ ਕੁਝ ਦੇਖਿਆ, ਇਸ ਜੋਬ ਨੇ ਬਹੁਤ ਕੁਝ ਸਾਨੂੰ ਦਿੱਤਾ। ਹੁਣ ਤੁਸੀਂ ਵੈਸੇ ਇਹ ਡਾਇਲੋਗ ਨਹੀਂ ਮਾਰ ਸਕਦੇ ਕਿ ਹਾਂ ਤੈਨੂੰ ਬਹੁਤ ਪਤਾ, ਅਗਲੇ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਆ, ਫਿਰ ਕੀ ਕਰੂੰਗੇ ਜੇ ਮੈਨੂੰ ਉਹਨਾਂ ਨੇ ਕੰਮ ਤੋਂ ਕੱਢਤਾ। ਵੈਸੇ ਇਹ ਗੱਲ ਸੱਚ ਵੀ ਆ, ਅਗਰ ਇਹ ਚੀਜ਼ ਹੁੰਦੀ ਤਾਂ ਅਸੀਂ ਅੱਜ ਇੱਥੇ ਨਾ ਹੁੰਦੇ। ਇਸ ਜੋਬ ਦੇ ਸਿਰ ਤੇ ਹੀ ਅਸੀਂ ਅੱਜ ਇੱਥੇ ਬੈਠੇ ਹੋਏ ਹਾਂ। ਬਹੁਤ ਕੁਝ ਦਿੱਤਾ ਇਸ ਜੋਬ ਨੇ ਸਾਨੂੰ। ਇਹਨਾਂ 20 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਅਪਸ ਐਂਡ ਡਾਊਨਸ ਹੋਏ। ਉਹਨਾਂ ਅਪਸ ਐਂਡ ਡਾਊਨਸ ਨੂੰ ਕਿੱਦਾਂ ਹੈਂਡਲ ਕੀਤਾ ਇਹ ਸਿਰਫ ਤੁਸੀਂ ਹੀ ਜਾਣਦੇ ਆ। ਬਹੁਤ ਜ਼ਿਆਦਾ ਸੈਕਰੀਫਾਈਸ ਵੀ ਦਿੱਤੇ ਨੇ ਤੁਸੀਂ। ਲਾਈਕ ਸ਼ਾਮ ਦੇ ਟਾਈਮ ਤੇ ਜਦੋਂ ਬਸਤੀ ਤੋਂ ਘਰ ਨੂੰ ਆਉਂਦੇ ਹੁੰਦੇ ਸੀਗੇ, ਉਹਨਾਂ ਨੇ ਆਟੋ ਨਹੀਂ ਲੈਣਾ, ਸਿਰਫ ਇਹੀ ਰੀਜ਼ਨ ਕਰਕੇ ਕਿ ਹਾਂ ਮੈਂ ਉਹਨਾਂ ਪੈਸਿਆਂ ਦੇ ਨਾਲ ਸਬਜ਼ੀ ਲੈ ਲੂੰਗੀ। ਤੁਸੀਂ ਇੱਦਾਂ ਕੰਜੂਸੀਆਂ ਕੀਤੀਆਂ, ਪਰ ਇਹਨਾਂ ਚੀਜ਼ਾਂ ਤੇ ਕੀਤੀਆਂ, ਪਰ ਸਾਨੂੰ ਕਦੇ ਪੜ੍ਹਾਉਣ ਦੇ ਵਿੱਚ ਕੰਜੂਸੀ ਨਹੀਂ ਕੀਤੀ। ਜਦੋਂ ਕਿਤੇ ਕਿਹਾ ਕਿ ਹਾਂ ਮਮਾ ਮੈਂ ਇੱਥੇ ਟਿਊਸ਼ਨ ਲੱਗਣਾ ਆ, ਜਦੋਂ ਕਿਤੇ ਕਿਹਾ ਕਿ ਮਮਾ ਮੈਨੂੰ ਆਹ ਨਵੀਂ ਬੁੱਕ ਚਾਹੀਦੀ ਆ, ਚਾਹੇ ਜਿੰਨੀ ਮਰਜ਼ੀ ਮਹਿੰਗੀ ਟਿਊਸ਼ਨ ਦੀ ਫੀਸ ਹੋਵੇ, ਚਾਹੇ ਜਿੰਨੀ ਮਰਜ਼ੀ ਮਹਿੰਗੀ ਬੁੱਕ ਹੋਵੇ, ਕਿਤੋਂ ਨਾ ਮਿਲਦੀ ਹੋਵੇ, ਕਿਤੋਂ ਬਾਹਰੋਂ ਮਿਲਦੀ ਹੋਵੇ, ਦੂਜੀ ਸਿਟੀ ਤੋਂ ਮਿਲਦੀ ਹੋਵੇ, ਤੁਸੀਂ ਅਰੇਂਜ ਕਰਵਾ ਕੇ ਦਿੱਤੀ ਉਹ ਬੁੱਕ। ਜੋਤੀ ਦੀ ਵਾਰ ਨੂੰ ਤੁਸੀਂ ਆਫਿਸ ਤੋਂ ਲੈ ਕੇ DMC ਤੱਕ ਪੈਦਲ ਚੱਲ ਕੇ ਜਾਂਦੇ ਰਹੇ ਉਸ ਦੀਆਂ ਬੁੱਕਸ ਲੈ ਕੇ ਆਉਣ ਦੇ ਲਈ। ਬਹੁਤ ਜ਼ਿਆਦਾ ਤੁਸੀਂ ਸੈਕਰੀਫਾਈਸ ਕੀਤਾ ਤੇ ਬਹੁਤ ਹੀ ਜ਼ਿਆਦਾ ਤੁਸੀਂ ਐਫਰਟਸ ਲਾਏ ਨੇ ਸਾਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ। ਤੁਹਾਡਾ ਕੀਤਾ ਹੋਇਆ ਕਦੇ ਵੀ ਅਸੀਂ ਭੁਲਾ ਨਹੀਂ ਸਕਦੇ ਮੰਮਾ। ਅਸੀਂ ਜਿੰਨਾ ਮਰਜ਼ੀ ਕਰ ਲਈਏ ਸਾਰੇ ਜਣੇ ਮਿਲ ਕੇ, ਪਰ ਜਿੰਨਾ ਤੁਸੀਂ ਕੀਤਾ ਅਸੀਂ ਉਸ ਤੱਕ ਕਦੇ ਵੀ ਪਹੁੰਚ ਨਹੀਂ ਸਕਦੇ। ਲਵ ਯੂ ਸੋ ਮਚ ਮੰਮਾ, ਥੈਂਕ ਯੂ ਸਾਨੂੰ ਇੰਨੀ ਵਧੀਆ ਪਰਵਰਿਸ਼ ਦੇਣ ਦੇ ਲਈ, ਇੱਥੇ ਤੱਕ ਪਹੁੰਚਾਉਣ ਦੇ ਲਈ। ਤੇ ਹੁਣ 20 ਸਾਲ ਕਰ ਲਈ ਆ ਜੋਬ। ਜਿੰਨਾ ਤੁਸੀਂ 20 ਸਾਲ 'ਚ ਸਾਨੂੰ ਇੱਥੇ ਤੱਕ ਕਰਨ ਦੇ ਵਿੱਚ, ਸੈਟਲ ਕਰਨ ਦੇ ਵਿੱਚ ਜ਼ੋਰ ਲਾਇਆ, ਹੁਣ ਸਾਨੂੰ ਅੱਗੇ ਮੌਕਾ ਦਿਓ। ਤੁਹਾਡੀ ਸੇਵਾ ਫੋਨ ਹੀ ਬੰਦ ਹੋ ਗਿਆ ਸੀਗਾ। ਮੰਮਾ ਦੀ ਰਿਟਾਇਰਮੈਂਟ ਦੀ ਵੀਡੀਓ ਬਣਾਉਣ ਦੇ ਵਿੱਚ ਇੰਨਾ ਮਗਨ ਹੋਇਆ ਪਿਆ ਸੀਗਾ, ਫੋਨ ਚਾਰਜ ਕਰਨਾ ਹੀ ਭੁੱਲ ਗਿਆ। ਤੇ ਲਾਸਟ ਦੇ ਵਿੱਚ ਮੈਂ ਥੈਂਕ ਯੂ ਕਰਨਾ ਚਾਹੁੰਦਾ ਹਾਂ ਆਫਿਸ ਸਟਾਫ ਦਾ, ਜਿਨ੍ਹਾਂ ਨੇ ਇਹਨਾਂ 20 ਸਾਲਾਂ ਦੇ ਵਿੱਚ ਮੰਮਾ ਨੂੰ ਕਦੀ ਵੀ ਐਜ਼ ਅ ਕੁਲੀਗ ਨਹੀਂ ਟਰੀਟ ਕੀਤਾ। ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਆਪਣੀ ਛੋਟੀ ਸਿਸਟਰ ਮੰਨ ਕੇ ਹੀ ਚੱਲੇ ਆ। ਜਿੱਥੇ ਕਿਤੇ ਵੀ ਮੰਮਾ ਨੇ ਕਿਹਾ ਕਿ ਮੈਨੂੰ ਇੱਥੇ ਲੋੜ ਆ, ਮੈਨੂੰ ਇੱਥੇ ਸਪੋਰਟ ਚਾਹੀਦੀ ਆ ਜਾਂ ਹੈਲਪ ਚਾਹੀਦੀ ਆ, ਤੁਸੀਂ ਕਦੀ ਵੀ ਨਾ ਨਹੀਂ ਕੀਤੀ। ਤੁਸੀਂ ਉਸੇ ਟਾਈਮ ਮੰਮਾ ਦੀ ਸਪੋਰਟ ਕੀਤੀ ਆ। ਜਿੰਨਾ ਵੀ ਅਸੀਂ ਤੁਹਾਡਾ ਥੈਂਕ ਯੂ ਕਰ ਸਕਦੇ ਹਾਂ ਬਹੁਤ ਘੱਟ ਹੋਊਗਾ। ਥੈਂਕ ਯੂ ਇਹਨਾਂ 20 ਸਾਲਾਂ ਤੱਕ ਮੰਮਾ ਦਾ ਧਿਆਨ ਰੱਖਣ ਦੇ ਲਈ। ਤਾਂ ਲਾਸਟ ਦੇ ਵਿੱਚ ਇਹੀ ਕਹੂੰਗਾ, ਥੈਂਕ ਯੂ ਸਾਰੇ ਜਣਿਆਂ ਦਾ। ਸਤਿ ਸ਼੍ਰੀ ਅਕਾਲ। ਹੈਲੋ ਨਿਰਮਲਾ ਕੁਮਾਰੀ ਜੀ, ਤੁਹਾਨੂੰ ਤੁਹਾਡੇ ਰਿਟਾਇਰਮੈਂਟ ਦੇ ਮੈਨੀ ਕੰਗ੍ਰੈਚੁਲੇਸ਼ਨਸ। ਇਹ ਤੁਸੀਂ ਬਹੁਤ ਹੀ ਇੰਸ਼ੋਰੈਂਸ ਡਿਪਾਰਟਮੈਂਟ ਦੇ ਵਿੱਚ ਮਿਹਨਤ ਕੀਤੀ। ਜਦੋਂ ਸ਼੍ਰੀ ਓਮ ਲਾਲ ਜੀ ਹੋਣਾ ਦੀ ਡੈਥ ਹੋਈ ਹੈ, ਤੁਹਾਡੀ ਜੁਆਇਨਿੰਗ ਜਿਹੜੀ ਹੈ 26/2/2002 ਦੀ ਹੈ। ਉਹ ਸਾਨੂੰ ਪਤਾ ਜਾਂ ਤੁਹਾਨੂੰ ਪਤਾ ਜਾਂ ਪ੍ਰਮਾਤਮਾ ਜਾਣਦਾ ਵੀ ਉਹਦਾ ਸਮਾਂ ਆ ਤੁਹਾਡੇ ਲਈ ਕਿੰਨਾ ਸਟਰਗਲਿੰਗ ਲਾਈਫ ਜਿਹੜੀ ਸੀਗੀ ਤੁਹਾਡੀ। ਉਸ ਸਮੇਂ ਦੌਰਾਨ ਤੁਸੀਂ ਆਪਣੇ ਬੱਚਿਆਂ ਦਾ ਬਹੁਤ ਹੀ ਮਿਹਨਤ ਦੇ ਨਾਲ ਪਾਲਣ ਪੋਸ਼ਣ ਕੀਤਾ, ਇਮਾਨਦਾਰੀ ਨਾਲ ਪਾਲਣ ਪੋਸ਼ਣ ਕੀਤਾ। ਉਹ ਸਮਾਂ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਮਿਹਨਤ ਵਾਲਾ ਸੀਗਾ, ਹੌਸਲੇ ਵਾਲਾ ਸਮਾਂ ਸੀਗਾ। ਤੁਸੀਂ ਉਸ ਸਮੇਂ ਨੂੰ ਪਾਰ ਕੀਤਾ, ਸੋ ਤੁਸੀਂ ਵਾਕਿਆ ਹੀ ਵਧਾਈ ਦੇ ਪਾਤਰ ਹੋ। ਤੁਸੀਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ। ਇਹ ਕੇਂਦਰ ਸਰਕਾਰ ਦਾ ਨਿਯਮ ਹੈ, ਤੁਹਾਡੇ ਇੰਸ਼ੋਰੈਂਸ ਕੰਪਨੀ ਦਾ ਨਿਯਮ ਹੈ। ਜਦੋਂ ਕਿਸੇ ਵੀ ਕਰਮਚਾਰੀ ਦੀ EMPLOYE ਦੀ ਏਜ ਜਿਹੜੀ ਹੈ ਉਹ 60 ਸਾਲ ਦੀ ਹੋ ਜਾਂਦੀ ਹੈ ਤਾਂ ਉਹਨੂੰ ਰਿਟਾਇਰਮੈਂਟ ਦਿੱਤੀ ਜਾਂਦੀ ਹੈ। ਸੋ ਤੁਹਾਡੇ ਲਈ ਸਾਡੇ ਲਈ ਵੀ ਇਹ ਬਹੁਤ ਸੁਭਾਗਾ ਦਿਨ ਹੈ ਕਿ ਤੁਸੀਂ ਖੁਸ਼ੀ ਜਿਹੜਾ ਰਿਟਾਇਰ ਹੋ ਰਹੇ ਆ। ਤੁਹਾਡੀ ਜਿਹੜੀ ਹੈ ਇਹ ਮਹਿਕਮੇ ਨੂੰ, ਓਰੀਐਂਟਲ ਇੰਸ਼ੋਰੈਂਸ ਨੂੰ ਬਹੁਤ ਹੀ ਵੱਡੀ ਦੇਣ ਆ। ਤੁਹਾਡੀ ਇਮਾਨਦਾਰੀ, ਮਿਹਨਤ ਸਰਗਾਈ, ਤੁਹਾਡਾ ਜਿਹੜਾ ਹੈਗਾ ਆ ਬੱਚੇ ਉਹ ਕਾਮਯਾਬ ਹੈ, ਜਿਨ੍ਹਾਂ ਵਿੱਚੋਂ 2 ਬੱਚੇ ਤੁਹਾਡੇ ਕੈਨੇਡਾ ਦੇ ਵਿੱਚ ਹੈ। ਜੀਵਨ ਸਮਰਾਟ ਟੋਰਾਂਟੋ ਵਿੱਚ ਹੈ ਤੇ ਜੋਤੀ ਸਮਰਾਟ ਉਹ ਵੀ ਵੈਨਕੂਵਰ ਦੇ ਵਿੱਚ ਫਿਜ਼ੀਓਥੈਰੇਪਿਸਟ ਦੇ ਜਿਹੜੀ ਆ ਉਹ ਡਿਊਟੀ ਨਿਭਾਉਂਦੀ ਹੈ। ਇਸੇ ਤਰ੍ਹਾਂ ਗੁੱਡੀ ਰੇਨੂ ਸਮਰਾਟ DC ਆਫਿਸ ਜਲੰਧਰ ਦੇ ਵਿੱਚ ਸਰਵਿਸ ਕਰਦੀ ਆ। ਉਹ ਬੱਚੇ ਵੀ ਤੁਹਾਡੇ ਕਦਮਾਂ ਤੇ ਹੀ ਜਿਹੜੇ ਆ ਉਹ ਪੂਰੇ ਉਤਰੇ ਆ। ਛੋਟੀ ਗੁੱਡੀ ਮੀਨੂ ਉਹ ਵੀ ਟੀਚਰ ਆ। ਇਹ ਸਿਰਫ ਤੁਹਾਡੀ ਮਿਹਨਤ ਸਦਕਾ ਹੀ ਆ।
ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਤੁਹਾਡੀ ਸਫਲ ਜੀਵਨ ਦੀਆਂ ਤੁਹਾਡੀ ਕਾਮਯਾਬੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਤੁਸੀਂ ਰਿਟਾਇਰ ਹੋ ਰਹੇ ਹੋ, ਇਹ ਠੀਕ ਹੈ, ਤੁਸੀਂ ਓਰੀਐਂਟਲ ਇੰਸ਼ੋਰੈਂਸ ਤੋਂ ਰਿਟਾਇਰ ਹੋ ਰਹੇ ਹੋ, ਪਰ ਤੁਹਾਡੇ ਲਈ ਇੱਕ ਲਾਈਫ ਦਾ ਇੱਕ ਜੀਵਨ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ। ਸੋ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ, ਪ੍ਰਮਾਤਮਾ ਤੁਹਾਨੂੰ ਹੋਰ ਵੀ ਖੁਸ਼ ਰੱਖੇ, ਤੁਹਾਡੇ ਬੱਚਿਆਂ ਨੂੰ ਹੋਰ ਵੀ ਤੰਦਰੁਸਤੀ ਬਖਸ਼ੇ। ਹੈਵ ਏ ਗੁੱਡ ਨਾਈਸ ਰਿਟਾਇਰਮੈਂਟ। ਥੈਂਕਸ। ਅੱਜ ਦੇ ਇਸ ਰਿਟਾਇਰਮੈਂਟ ਫੰਕਸ਼ਨ ਦੇ ਵਿੱਚ ਸ਼ਾਮਿਲ ਹੋਣ ਲਈ ਮੈਂ ਸਾਰਿਆਂ ਨੂੰ ਵੈਲਕਮ ਆਖਦਾ ਹਾਂ ਅਤੇ ਆਪਣੇ ਮਦਰ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਉਹਨਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਅਸੀਂ ਸਭ ਜਾਣਦੇ ਹਾਂ ਕਿ ਅੱਜ ਸਾਡੇ ਮਦਰ ਜਿਸ ਆਪਣੀ ਸਥਾਈ ਨੌਕਰੀ ਤੋਂ ਰਿਟਾਇਰ ਹੋਏ ਆ, ਉਸ ਨੌਕਰੀ ਦੇ ਉੱਤੇ ਪਹਿਲਾਂ ਸਾਡੇ ਪਿਤਾ ਸ਼੍ਰੀ ਓਮ ਲਾਲ ਜੀ ਹੁਣੇ ਉਸ ਨੌਕਰੀ ਦੇ ਉੱਤੇ ਉਹਨਾਂ ਨੇ ਪਕੜ ਆਪਣੀ ਜਮਾਈ ਸੀ, ਉਸ ਨੌਕਰੀ ਦੇ ਉੱਤੇ ਕਬਜ਼ ਸਨ ਤੇ ਕੁਝ ਹਾਲਾਤ ਅਜਿਹੇ ਪੈਦਾ ਹੋ ਗਏ ਸੀਗੇ ਕਿ ਵੀ ਜਦੋਂ ਸਾਡੇ ਪਿਤਾ ਜੀ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ ਅਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਸਾਡੇ ਮਦਰ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਉਹਨਾਂ ਨੇ ਇਹ ਨੌਕਰੀ ਦਾ ਜ਼ਿੰਮਾ ਆਪਣੇ ਉੱਤੇ ਲਿਆ ਅਤੇ ਅੱਜ ਉਹ ਇਸ ਆਪਣੀ ਸਥਾਈ ਨੌਕਰੀ ਤੋਂ ਰਿਟਾਇਰ ਹੋਏ ਆ। ਉਹਨਾਂ ਨੂੰ ਇੱਕ ਵਾਰੀ ਫਿਰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਮੈਂ ਸਮਝਦਾ ਕਿ ਵੀ ਅੱਜ ਦੀ ਜਿਹੜੀ ਇਹ ਰਿਟਾਇਰਮੈਂਟ ਆ, ਇਹ ਸਿਰਫ ਸਾਡੇ ਮਦਰ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਹੁਣਾਂ ਦੀ ਨਹੀਂ ਗਈ, ਬਲਕਿ ਸਾਡੇ ਫਾਦਰ ਸ਼੍ਰੀ ਓਮ ਲਾਲ ਜੀ ਹੁਣਾਂ ਦੀ ਵੀ ਆ। ਉਹ ਇਸ ਕਰਕੇ ਵੀ ਆ ਕਿਉਂਕਿ ਜਿਹੜੇ ਸਾਡੇ ਮਦਰ ਆ, ਮੈਂ ਅਕਸਰ ਉਹਨਾਂ ਨੂੰ ਗੱਲ ਕਰਦੇ ਦੇਖਿਆ ਆ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਸਾਡੇ ਫਾਦਰ ਸ਼੍ਰੀ ਓਮ ਲਾਲ ਜੀ ਉਹਨਾਂ ਤੋਂ ਵੱਖ ਕਦੀ ਸਮਝਿਆ ਹੀ ਨਹੀਂਗਾ। ਕਈ ਵਾਰੀ ਉਹਨਾਂ ਦੇ ਨਾਲ ਚਰਚਾ ਹੋਣੀ ਕਿ ਉਸ ਹੋਰ ਵਿਸ਼ਿਆਂ ਦੇ ਉੱਤੇ ਗੱਲ ਚੱਲ ਰਹੀ ਹੁੰਦੀ ਸੀਗੀ, ਨਾਰਮਲ ਕੋਈ ਕਿਸੇ ਵੀ ਟੌਪਿਕ 'ਤੇ ਗੱਲ ਚੱਲ ਰਹੀ ਹੁੰਦੀ ਤੇ ਮਦਰ ਉਹਨਾਂ ਨੇ ਅਕਸਰ ਪਿਤਾ ਜੀ ਉਹਨਾਂ ਦੇ ਵਿੱਚ ਜ਼ਿਕਰ ਕਰਦੇ ਰਹਿਣਾ ਕਿ ਵੀ ਤੁਹਾਡੇ ਫਾਦਰ ਸਾਹਿਬ ਇੱਦਾਂ ਹੁੰਦੇ ਸੀ, ਤੁਹਾਡੇ ਫਾਦਰ ਸਾਹਿਬ ਆਹ ਕਹਿੰਦੇ ਹੁੰਦੇ ਸੀ, ਉਹ ਆਹ ਚਾਹੁੰਦੇ ਹੁੰਦੇ ਸੀਗੇ। ਅਕਸਰ ਉਹਨਾਂ ਨੇ ਉਹਨਾਂ ਦਾ ਜ਼ਿਕਰ ਕਰਦੇ ਰਹਿਣਾ ਤੇ ਨਾਲ ਹੀ ਉਹ ਇਹ ਵੀ ਕਹਿੰਦੇ ਰਹਿੰਦੇ ਸੀਗੇ ਕਿ ਵੀ ਮੈਂ ਜਿਹੜੀ ਅੱਜ ਨੌਕਰੀ ਕਰ ਰਹੀ ਆ, ਇਹ ਨੌਕਰੀ ਅਸਲ ਵਿੱਚ ਉਹਨਾਂ ਦੀ ਪਿਤਾ ਜੀ ਹੁਣਾਂ ਦੀ ਆ। ਤੇ ਇਸ ਕਰਕੇ ਮੈਂ ਕਹਿ ਸਕਦਾ ਕਿ ਵੀ ਠੀਕ ਹੈ ਵੀ ਜਿੱਦਾਂ ਹੁਣ ਮੰਮਾ ਉਹਨਾਂ ਨੇ ਆਪਣੇ ਆਪ ਨੂੰ ਫਾਦਰ ਸਾਹਿਬ ਨਾਲ ਤੋਂ ਵੱਖ ਨਹੀਂ ਸਮਝਿਆ, ਇਸ ਲਈ ਅੱਜ ਜਿਹੜੀ ਰਿਟਾਇਰਮੈਂਟ ਆ ਉਹ ਸਿਰਫ ਸਾਡੇ ਮਦਰ ਹੁਣਾਂ ਦੀ ਨਹੀਂ ਬਲਕਿ ਸਾਡੇ ਫਾਦਰ ਸ਼੍ਰੀ ਓਮ ਲਾਲ ਜੀ ਹੁਣਾਂ ਦੀ ਵੀ ਆ, ਜਿਸ ਦੀਆਂ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਦੇਖੋ, ਜਦੋਂ ਸਾਡੇ ਪਿਤਾ ਦੀ ਡੈਥ ਹੋਈ ਸੀਗੀ, ਡੈਥ ਹੋਣ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਸਾਡੇ ਮਦਰ ਹੁਣਾਂ ਦੇ ਕੰਧਿਆਂ ਦੇ ਉੱਤੇ ਆ ਗਈਆਂ ਤੇ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਮੰਮਾ ਹੁਣਾਂ ਨੇ ਬਾਖੂਬੀ ਨਿਭਾਈਆਂ, ਚਾਹੇ ਉਹ ਪਰਿਵਾਰਕ ਸੀਗੀਆਂ, ਰਿਸ਼ਤੇਦਾਰੀ ਦੀਆਂ ਸੀਗੀਆਂ, ਆਫਿਸ ਦੀਆਂ ਸੀਗੀਆਂ, ਸਮਾਜਿਕ ਸੀਗੀਆਂ ਜਾਂ ਜਿਹੜੀਆਂ ਵੀ ਜ਼ਿੰਮੇਵਾਰੀਆਂ ਸੀਗੀਆਂ ਉਹ ਮੈਂ ਖੁਦ ਦੇਖਿਆ ਵੀ ਬੜੀਆਂ ਉਹਨਾਂ ਨੇ ਬਾਖੂਬੀ ਨਿਭਾਈਆਂ। ਜੇ ਮੈਂ ਸਾਰਿਆਂ ਦੀ ਗੱਲ ਕਰਨਾ ਚਾਹਾਂ ਤਾਂ ਸਮਾਂ ਬਹੁਤ ਲੱਗ ਜਾਏਗਾ। ਫਿਲਹਾਲ ਮੈਂ ਪਰਿਵਾਰਕ ਜ਼ਿੰਮੇਵਾਰੀਆਂ ਦੀ ਗੱਲ ਕਰਾਂ ਤੇ ਜਿਹੜੇ ਉਹਨਾਂ ਦੇ ਬੱਚੇ ਆ, 4 ਬੇਟੀਆਂ ਅਤੇ 1 ਬੇਟਾ, 4 ਬੇਟੀਆਂ 'ਚੋਂ ਸਭ ਤੋਂ ਵੱਡੀ ਬੇਟੀ ਜਿਹੜੀ ਆ ਰੇਨੂ ਸਮਰਾਟ, ਉਹਨਾਂ ਨੇ ਸਾਡੇ ਮਦਰ ਹੁਣਾਂ ਨੇ ਗ੍ਰੈਜੂਏਸ਼ਨ ਕਰਾਈ, BCA ਉਹਨਾਂ ਨੇ ਕੀਤੀ ਰੇਨੂ ਹੁਣਾਂ ਨੇ। ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਹੋਈ। ਮੈਰਿਜ ਹੋਣ ਤੋਂ ਬਾਅਦ ਉਹ NIT ਜਲੰਧਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਜਲੰਧਰ ਦੇ ਵਿੱਚ ਬਤੌਰ ਕਲਰਕ ਉਹਨਾਂ ਨੇ ਉੱਥੇ ਜੁਆਇਨ ਕੀਤਾ। ਜਦੋਂ NIT ਵਾਲਿਆਂ ਨੇ ਸਥਾਈ ਪੋਸਟਾਂ ਕੱਢੀਆਂ ਤੇ ਰੇਨੂ ਨੇ ਉਹਦੇ ਵਿੱਚ ਵੀ ਕੰਪੀਟੀਸ਼ਨ ਲੜਿਆ ਅਤੇ ਉਹਦੇ ਵਿੱਚ ਵੀ ਮੈਰਿਟ ਦੇ ਵਿੱਚ ਆਏ। ਉਹ ਦੁਖਾਂਤ ਇਹ ਹੋਇਆ ਕਿ ਵੀ ਉਹਨਾਂ ਨੇ NIT ਵਾਲਿਆਂ ਨੇ ਪੋਸਟਾਂ ਬਾਅਦ ਵਿੱਚੋਂ ਕੈਂਸਲ ਕਰ ਦਿੱਤੀਆਂ, ਲੇਕਿਨ ਰੇਨੂ ਉਹਨਾਂ ਨੇ ਇੱਥੇ ਹੌਸਲਾ ਨਾ ਹਾਰਦੇ ਹੋਏ ਦੁਬਾਰਾ ਫੇਰ ਅੱਗੇ ਕੰਟੀਨਿਊ ਕੀਤਾ, ਕੰਪੀਟੀਸ਼ਨ ਅੱਗੇ ਤੋਂ ਅੱਗੇ ਜਾਰੀ ਰੱਖੇ ਤੇ ਉਸ ਤੋਂ ਬਾਅਦ ਉਹ ਫਿਲਹਾਲ ਹੁਣ ਜਿਹੜੇ ਆ DC ਆਫਿਸ ਜਲੰਧਰ ਵਿੱਚ ਬਤੌਰ ਕਲਰਕ ਉਹ ਆਪਣੀਆਂ ਸੇਵਾਵਾਂ ਦੇ ਰਹੇ ਆ। ਜਿਸ ਸਮੇਂ ਉਹਨਾਂ ਨੇ DC ਆਫਿਸ ਜੁਆਇਨ ਕੀਤਾ ਸੀਗਾ ਉਸ ਸਮੇਂ ਉਹਨਾਂ ਨੂੰ ਇੱਕ ਹੋਰ ਵੀ ਮਤਲਬ ਆਈ ਸੀਗੀ ਜੌਬ ਆਫਰ ਆਈ ਸੀਗੀ ਕਿ ਉਹ ਸੀਗੀ ਪੰਚਾਇਤ ਸਕੱਤਰ ਦੀ, ਕਿਉਂਕਿ ਉਹਨਾਂ ਨੇ ਉਹ ਵੀ ਕੰਪੀਟੀਸ਼ਨ ਜਿਹੜਾ ਸੀਗਾ ਫਾਈਟ ਕੀਤਾ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਮੈਰਿਟ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀਗਾ। ਪਰ ਉਹਨਾਂ ਨੇ DC ਆਫਿਸ ਜਲੰਧਰ ਨੂੰ ਪਹਿਲ ਦਿੱਤੀ ਅਤੇ ਉੱਥੇ ਫਿਲਹਾਲ ਉਹ ਹੁਣ ਆਪਣੀਆਂ ਸੇਵਾਵਾਂ ਦੇ ਰਹੇ ਆ। ਉਹਨਾਂ ਤੋਂ ਜਿਹੜੇ ਛੋਟੇ ਬੇਟੀ ਆ ਜੋਤੀ ਸਮਰਾਟ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਫਿਜ਼ੀਓਥੈਰੇਪੀ ਦੇ ਵਿੱਚ। ਉਸ ਤੋਂ ਬਾਅਦ ਕੁਝ ਸਮਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਕਟਿਸ ਕੀਤੀ ਆ। ਪ੍ਰੈਕਟਿਸ ਕਰਨ ਤੋਂ ਬਾਅਦ ਆਪਣੀ ਮਿਹਨਤ ਅਤੇ ਮੰਮਾ ਉਹਨਾਂ ਦੇ ਸਹਿਯੋਗ ਦੇ ਨਾਲ ਕੈਨੇਡਾ ਦੇ ਵਿੱਚ ਉਹ ਅੱਗੇ ਆਪਣੀ ਪੜ੍ਹਾਈ ਕੰਟੀਨਿਊ ਕਰਨ ਵਾਸਤੇ ਗਏ। ਕੈਨੇਡਾ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਪੜ੍ਹਾਈ ਦੇ ਉੱਤੇ ਫੋਕਸ ਕੀਤਾ ਤੇ ਆਪਣੀ ਪੜ੍ਹਾਈ ਜਿਹੜੀ 2 ਸਾਲ ਦੀ ਸੀ ਉਹਨੂੰ ਕੰਪਲੀਟ ਕੀਤਾ। ਉੱਥੇ PR ਹੋਏ। ਜਿਹੜੀ ਪੜ੍ਹਾਈ ਸੀ ਉਹ ਵੀ ਉਹਨਾਂ ਦੀ ਆਪਣੇ ਕੋਰਸ ਨਾਲ ਸੰਬੰਧਿਤ ਸੀਗੀ ਫਿਜ਼ੀਓਥੈਰੇਪੀ ਦੇ ਨਾਲ। ਜਿਸ ਸਮੇਂ ਕੈਨੇਡਾ ਦਾ ਇਹ ਰੂਲ ਆ ਕਿ ਵੀ ਜਦੋਂ ਤੁਸੀਂ ਉੱਥੇ ਵਰਕ ਕਰਨਾ ਆ, ਜਿਸ ਸਮੇਂ ਤੁਸੀਂ ਉੱਥੇ ਵਰਕ ਕਰਨਾ ਬਤੌਰ ਫਿਜ਼ੀਓ ਉੱਥੇ ਵਰਕ ਕਰਨਾ ਹੈ ਤਾਂ ਤੁਹਾਨੂੰ ਇੱਕ ਕੰਪੀਟੀਸ਼ਨ ਕਲੀਅਰ ਕਰਨਾ ਪੈਂਦਾ। ਉਹ ਕੰਪੀਟੀਸ਼ਨ ਬੜਾ ਟਫ ਹੁੰਦਾ ਤੇ ਜੋਤੀ ਨੇ ਬੜੀ ਮਿਹਨਤ ਦੇ ਨਾਲ ਉਹਦੀ ਤਿਆਰੀ ਕੀਤੀ ਅਤੇ ਉਹ ਜਿਹੜਾ ਕੰਪੀਟੀਸ਼ਨ ਸੀਗਾ ਉਹ ਸਾਰਾ ਕਲੀਅਰ ਉਹਨਾਂ ਨੇ ਕੀਤਾ।
ਉਸ ਤੋਂ ਬਾਅਦ ਜੋਤੀ ਕਹਿ ਸਕਦੇ ਕਿ ਵੀ ਉਹਨਾਂ ਨੇ PR ਆ, ਉੱਥੇ ਕੈਨੇਡਾ ਦੇ ਵਿੱਚ ਸੈਟਲ ਆ। ਇਸ ਤੋਂ ਇਲਾਵਾ ਉਹ ਫਿਲਹਾਲ ਇੱਥੇ ਹੀ ਬਸ ਨਹੀਂ ਗੀ, ਉਹ ਅੱਗੇ ਵੀ ਵਧਣਾ ਚਾਹੁੰਦੀ, ਅੱਗੇ ਵਧਣ ਦੇ ਲਈ ਵੀ ਉਹਦੇ ਪ੍ਰਯਾਸ ਜਾਰੀ ਆ ਤੇ ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਆ। ਉਹਨਾਂ ਦੀ ਜਿਹੜੀ ਛੋਟੀ ਬੇਟੀ ਆ ਮੀਨੂ ਸਮਰਾਟ MA B.Ed ਆ ਤੇ ਬਤੌਰ ਟੀਚਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਆ। ਉਹਨਾਂ ਦੀ ਜਿਹੜੀ ਛੋਟੀ ਬੇਟੀ ਆ ਰਜਨੀ ਸਮਰਾਟ ਜਿਹੜੀ ਆ ਉਹਨੇ MSc B.Ed ਕੀਤੀ ਹੋਈ ਆ ਬੋਟਨੀ ਦੇ ਵਿੱਚ ਤੇ ਫਿਲਹਾਲ ਉਹ ਜਿਹੜੀ ਆ ਨਕੋਦਰ ਤਹਿਸੀਲ ਦੇ ਵਿੱਚ ਗਵਰਨਮੈਂਟ ਜੌਬ ਦੇ ਵਿੱਚ ਬਤੌਰ ਟੀਚਿੰਗ ਲਾਈਨ ਦੇ ਵਿੱਚ ਟੀਚਰ ਆ, ਉਹ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਆ। ਉਹਨਾਂ ਨੇ ਜਿਹੜੀ ਆ ਇੱਥੇ ਜਦੋਂ ਉਹਨਾਂ ਨੇ ਬਤੌਰ ਟੀਚਰ ਉਹਨਾਂ ਨੇ ਜੁਆਇਨ ਕੀਤਾ, ਉਸ ਸਮੇਂ ਉਹਨਾਂ ਨੂੰ ਵੀ ਇੱਕ ਹੋਰ ਵੀ ਆਫਰ ਆਈ ਸੀ ਨਵੋਦਿਆ ਦੇ ਵਿੱਚ, ਕਿਉਂਕਿ ਉੱਥੇ ਵੀ ਉਹਨਾਂ ਨੇ ਇਹ ਕੰਪੀਟੀਸ਼ਨ ਫਾਈਟ ਕੀਤਾ ਸੀਗਾ ਤੇ ਉੱਥੇ ਵੀ ਉਹਨਾਂ ਨੂੰ ਆਫਰ ਆਈ ਸੀ। ਲੇਕਿਨ ਉਹਨਾਂ ਨੇ ਟੀਚਿੰਗ ਲਾਈਨ ਨੂੰ ਜਿਹੜਾ ਚੁਣਿਆ ਤੇ ਇੱਧਰ ਜਿਹੜੀ ਹੁਣ ਜਿਹੜੀਆਂ ਸੇਵਾਵਾਂ ਆਪਣੀਆਂ ਹੈਗੀਆਂ ਨਕੋਦਰ ਦੇ ਵਿੱਚ ਜਿਹੜੀਆਂ ਦੇ ਰਹੇ ਆ, ਉਸ ਪੋਸਟ ਨੂੰ ਉਹਨਾਂ ਨੇ ਪਹਿਲ ਦਿੱਤੀ। ਜਿਹੜਾ ਉਹਨਾਂ ਦਾ ਬੇਟਾ ਆ ਜੀਵਨ ਜੀਵਨ ਨੇ B.Tech ਕੀਤੀ। B.Tech ਕਰਨ ਤੋਂ ਬਾਅਦ ਅੱਗੇ ਆਪਣੀ ਪੜ੍ਹਾਈ ਕੰਟੀਨਿਊ ਕਰਨ ਦੇ ਲਈ ਕੈਨੇਡਾ ਦੇ ਵਿੱਚ ਗਏ ਹੋਏ ਆ। ਤਕਰੀਬਨ ਥੋੜਾ ਸਮਾਂ ਹੀ ਹੋਇਆ ਉਸ ਨੂੰ ਕੈਨੇਡਾ ਦੇ ਵਿੱਚ ਗਏ ਹੋਏ ਨੂੰ ਤੇ ਬੜਾ ਮਿਹਨਤੀ ਅਤੇ ਹੋਣਹਾਰ ਆ ਜੀਵਨ ਦੇ ਬਾਰੇ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਸਮੇਂ ਮੇਰੀ ਉਹਨਾਂ ਇਸ ਬਾਰੇ ਗੱਲ ਹੋਈ ਸੀਗੀ ਵੀ ਅੱਗੇ ਫਿਊਚਰ ਦੇ ਬਾਰੇ ਗੱਲ ਹੋਈ ਤੇ ਉਹਨੇ ਦੱਸਿਆ ਕਿ ਵੀ ਮੈਂ ਇੱਕ ਵਾਰੀ ਟਰਾਈ ਕਰੂੰਗਾ ਕੈਨੇਡਾ ਦੇ ਲਈ। ਜੇਕਰ ਕੈਨੇਡਾ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਤਾਂ ਠੀਕ ਹੈ, ਮੈਂ ਉੱਧਰ ਸੈਟਲ ਹੋਣਾ ਚਾਹਾਂਗਾ, ਉੱਧਰ ਆਪਣੇ ਜੋ ਵੀ ਆ ਮਿਹਨਤ ਦੇ ਨਾਲ ਸੈਟਲ ਹੋਣਾ ਚਾਹਾਂਗਾ। ਤੇ ਜੇ ਕੈਨੇਡਾ ਦੇ ਵਿੱਚ ਨਹੀਂ ਬਣਿਆ ਤੇ ਇੱਧਰ ਜਿਹੜੀ ਹੈਗੀ UPSC ਦੀ ਤਿਆਰੀ ਕਰੂੰਗਾ। ਤੇ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜੇਕਰ ਜੀਵਨ ਕੈਨੇਡਾ ਨਾ ਵੀ ਜਾਂਦਾ ਤੇ ਜੇਕਰ ਉਹ ਇੱਥੇ ਇੰਡੀਆ ਵੀ ਹੁੰਦਾ ਤੇ ਜ਼ਰੂਰ ਉਹਨੇ ਵੀ ਚੰਗੀ ਪੋਸਟ ਦੇ ਉੱਤੇ ਜ਼ਰੂਰ ਆਪਣੀ ਪਕੜ ਜਮਾ ਲੈਣੀ ਸੀ, ਉਹਨੇ ਉੱਤੇ ਜ਼ਰੂਰ ਕਬਜ਼ ਹੋ ਜਾਣਾ ਸੀਗਾ। ਇੰਨਾ ਮੈਨੂੰ ਉੱਤੇ ਜ਼ਰੂਰ ਵਿਸ਼ਵਾਸ ਹੈਗਾ ਆ। ਇੱਥੇ ਮੈਂ ਇਹ ਜਿਹੜੀਆਂ ਗੱਲਾਂ ਕਹਿ ਰਿਹਾ ਕਿ ਵੀ ਠੀਕ ਹੈ ਵੀ ਪਰਿਵਾਰ ਦੇ ਬਾਰੇ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਵੀ ਪਰਿਵਾਰ ਤੌਰ ਤੇ ਚਾਰੇ ਲੜਕੀਆਂ, ਬੇਟਾ ਜਿਹੜਾ ਆ ਉਹ ਪੜ੍ਹੇ ਲਿਖੇ ਆ, ਸਾਰੇ ਚੰਗੇ ਮੰਨ ਲਓ ਹੁਣ ਵੈਲ ਸੈਟਲ ਵੀ ਆ। ਤੇ ਇਹ ਸਾਰੀ ਜਿਹੜੀ ਕੁਛ ਹੈਗਾ ਆ ਸਾਡੇ ਮਦਰ ਜਿਹੜੇ ਆ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਉਹਨਾਂ ਦੀ ਹੀ ਬਦੌਲਤ ਆ, ਉਹਨਾਂ ਦੀ ਮਿਹਨਤ, ਉਹਨਾਂ ਦੀ ਲਗਨ ਦੇ ਕਰਕੇ ਹੀ ਆ। ਜੇ ਮੈਂ ਕਹਾਂ ਕਿ ਵੀ ਇਸ ਦਾ ਜਿਹੜਾ ਮੈਂ ਸ਼੍ਰੇਅ ਆ ਕਿਸੇ ਅਦ੍ਰਿਸ਼ ਸ਼ਕਤੀ ਨੂੰ ਦੇਵਾਂ ਤੇ ਇਹ ਉਹਨਾਂ ਦੀ ਮੰਮਾ ਉਹਨਾਂ ਦੀ ਮਿਹਨਤ, ਉਹਨਾਂ ਦੀ ਲਗਨ, ਉਹਨਾਂ ਦੇ ਸਿਦਕ ਦੇ ਨਾਲ ਜਿਹੜੀ ਆ ਬਹੁਤ ਵੱਡੀ ਬੇਇਨਸਾਫੀ ਹੋਊਗੀ। ਇਸ ਲਈ ਮੈਂ ਇਹ ਨਹੀਂ ਕਰ ਸਕਦਾ। ਮੈਂ ਇੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਉਦਾਹਰਨ ਦੇਣਾ ਚਾਹਾਂਗਾ। ਮੈਂ ਇਹ ਜਿਹੜਾ ਪੂਰੇ ਦਾ ਪੂਰਾ ਕ੍ਰੈਡਿਟ ਆ ਜਾਨੀ ਬੱਚਿਆਂ ਨੂੰ ਸੈਟਲ ਕਰਨਾ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਰਿਵਾਰ ਦੇ ਪ੍ਰਤੀ, ਰਿਸ਼ਤੇਦਾਰੀ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਜੋ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਆਫਿਸ ਦੀਆਂ, ਸਾਰੇ ਦਾ ਸਾਰਾ ਕ੍ਰੈਡਿਟ ਮੈਂ ਆਪਣੇ ਮਦਰ ਉਹਨਾਂ ਨੂੰ ਹੀ ਦੇਣਾ ਚਾਹਾਂਗਾ, ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਉਹਨਾਂ ਨੂੰ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਉਦਾਹਰਨ ਦੇ ਕੇ ਸਿੱਧ ਕਰਨਾ ਚਾਹਾਂਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਸਟਿਸ ਮਹਾਦੇਵ ਗੋਬਿੰਦ ਰਾਨੜੇ ਦੇ 101ਵੇਂ ਜਨਮ ਦਿਨ ਦੇ ਉੱਤੇ ਲੈਕਚਰ ਦਿੰਦੇ ਹੋਏ ਉਹਨਾਂ ਨੇ ਲੈਕਚਰ ਦਿੱਤਾ ਸੀ। ਜਿਹੜਾ ਲੈਕਚਰ ਬੜਾ ਉਹ ਇੰਨਾ ਮਹੱਤਵਪੂਰਨ ਸੀਗਾ ਕਿ ਉਸ ਨੂੰ ਇੱਕ ਕਿਤਾਬ ਦੀ ਸ਼ਕਲ ਦੇ ਵਿੱਚ ਪ੍ਰਿੰਟ ਕਰਨਾ ਪਿਆ। ਉਹ ਜਿਹੜਾ ਲੈਕਚਰ ਸੀ ਉਸ ਦਾ ਨਾਮ ਆ ਰਾਨੜੇ ਗਾਂਧੀ ਅਤੇ ਜਿਨਾਹ ਦੇ ਨਾਮ ਦੇ ਨਾਲ ਉਹ ਜਿਹੜਾ ਲੈਕਚਰ ਆ ਉੱਥੇ ਤੁਸੀਂ ਨੈੱਟ ਦੇ ਉੱਤੇ ਪੜ੍ਹ ਸਕਦੇ ਹੋ। ਉਹਦੇ ਵਿੱਚ ਇੱਕ ਜਿਹੜਾ ਮਹੱਤਵਪੂਰਨ ਜਿਹੜਾ ਟੌਪਿਕ ਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਬਾਬਾ ਸਾਹਿਬ ਲਿਖਦੇ ਆ, ਕਹਿੰਦੇ ਵੀ ਜਿਹੜਾ ਸਮਾਜ ਜਿਹੜਾ ਹੈਗਾ ਇਤਿਹਾਸ ਨਿਰਮਾਣ ਕਰਨਾ, ਸਮਾਜ ਨਿਰਮਾਣ ਕਰਨਾ, ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਆ ਉਹ ਕਿਸ ਦਾ ਹੁੰਦਾ ਆ। ਬਾਬਾ ਸਾਹਿਬ ਕਹਿੰਦੇ ਵੀ ਇਸ ਦੇ ਸੰਬੰਧ ਵਿੱਚ ਸਾਡੇ ਕੋਲ 3 ਵਿਦਵਾਨਾਂ ਦੇ ਮਤ ਆ। ਇੱਕ ਹੈਗਾ ਅਗਸਟੀਨ ਦਾ ਮਤ। ਅਗਸਟੀਨ ਕਹਿੰਦਾ ਵੀ ਜਿਹੜਾ ਇਤਿਹਾਸ ਆ ਇਹ ਦੇਵੀ ਯੋਜਨਾ ਦੇ ਮੁਤਾਬਕ ਚੱਲਦਾ ਆ, ਦੇਵੀ ਯੋਜਨਾ ਦਾ ਹੀ ਨਤੀਜਾ ਆ ਤੇ ਇਹ ਇਨਸਾਨ ਨੂੰ ਜਿਹੜਾ ਹੈਗਾ ਉਦੋਂ ਤੱਕ ਦੁੱਖ ਅਤੇ ਤਕਲੀਫਾਂ ਸਹਿੰਦੇ ਹੋਏ ਬਣੇ ਰਹਿਣਾ ਜਦੋਂ ਤੱਕ ਇਹ ਜਿਹੜੀ ਯੋਜਨਾ ਹੈਗੀ ਕਿਆਮਤ ਦੇ ਦਿਨਾਂ ਦੇ ਵਿੱਚ ਆ ਕੇ ਸਮਾਪਤ ਨਹੀਂ ਹੋ ਜਾਂਦੀ। ਇਸ ਤੋਂ ਇਲਾਵਾ ਉਹ ਅੱਗੇ ਕਹਿੰਦੇ ਵੀ ਸਾਡੇ ਕੋਲ ਦੂਸਰਾ ਮਤ ਵਕੀਲ ਦਾ ਆ। ਵਕੀਲ ਕਹਿੰਦਾ ਵੀ ਜਿਹੜਾ ਇਤਿਹਾਸ ਆ, ਇਤਿਹਾਸ ਬਣਾਉਣ ਦੇ ਵਿੱਚ, ਨਿਰਮਾਣ ਕਰਨੇ ਦੇ ਵਿੱਚ ਜਿਹੜਾ ਯੋਗਦਾਨ ਹੈਗਾ ਉਹ ਭੂਗੋਲਿਕ ਸ਼ਕਤੀਆਂ ਦਾ ਜਿਹੜਾ ਯੋਗਦਾਨ ਹੁੰਦਾ ਆ, ਭੂਗੋਲਿਕ ਅਤੇ ਭੌਤਿਕ ਸ਼ਕਤੀਆਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ। ਤੀਸਰਾ ਮਤ ਹੈਗਾ ਕਾਰਲ ਮਾਰਕਸ ਦਾ। ਕਾਰਲ ਮਾਰਕਸ ਇਹ ਕਹਿੰਦਾ ਵੀ ਜਿਹੜਾ ਇਤਿਹਾਸ ਨਿਰਮਾਣ ਦੇ ਵਿੱਚ ਜਿਹੜਾ ਰੋਲ ਹੈਗਾ ਆ ਉਹ ਆਰਥਿਕ ਸ਼ਕਤੀਆਂ ਦਾ ਹੁੰਦਾ। ਬਾਬਾ ਸਾਹਿਬ ਕਹਿੰਦੇ ਵੀ ਅਗਸਟੀਨ ਦੇ ਮਤ ਨਾਲ ਸਿਵਾਏ ਅਧਿਆਤਮਵਾਦੀਆਂ ਤੋਂ ਹੋਰ ਕੋਈ ਸਹਿਮਤ ਨਹੀਂ ਹੋਏਗਾ। ਰਹੀ ਗੱਲ ਵਕੀਲ ਅਤੇ ਕਾਰਲ ਮਾਰਕਸ ਦੀ, ਉਸ ਦੇ ਸਿਧਾਂਤ ਵਿੱਚ ਕੁਝ ਹੱਦ ਤੱਕ ਸੱਚਾਈ ਹੈਗੀ ਆ ਲੇਕਿਨ ਪੂਰਨਤਾ ਨਹੀਂ ਗੀ। ਬਾਬਾ ਸਾਹਿਬ ਕਹਿੰਦੇ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਇਨਸਾਨ ਨੂੰ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ, ਇਨਸਾਨ ਦੀ ਮਿਹਨਤ ਨੂੰ, ਇਨਸਾਨ ਦੇ ਹੌਸਲੇ ਨੂੰ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ। ਉਹ ਅੱਗੇ ਉਦਾਹਰਨ ਦੇ ਕੇ ਸਿੱਧ ਕਰਦੇ ਕਿ ਵੀ ਜਿਹੜਾ ਚਕਮਕ ਪੱਥਰ ਹੁੰਦਾ ਉਹ ਹਰ ਜਗ੍ਹਾ ਨਹੀਂ ਪਾਇਆ ਜਾਂਦਾ, ਲੇਕਿਨ ਜਿੱਥੇ ਵੀ ਪਾਇਆ ਜਾਂਦਾ ਇੱਕ ਪੱਥਰ ਨੂੰ ਦੂਜੇ ਪੱਥਰ ਨਾਲ ਰਗੜ ਕੇ ਅੱਗ ਪੈਦਾ ਕਰਨ ਲਈ ਇਨਸਾਨ ਦੀ ਜ਼ਰੂਰਤ ਹੁੰਦੀ ਆ। ਜਿਹੜਾ ਬੀਜ ਹੁੰਦਾ ਉਹ ਹਰ ਜਗ੍ਹਾ ਨਹੀਂ ਪਾਇਆ ਜਾਂਦਾ, ਲੇਕਿਨ ਜਿੱਥੇ ਵੀ ਪਾਇਆ ਜਾਂਦਾ
ਉੱਥੇ ਬੀਜ ਨੂੰ ਬੋਣਾ, ਉਸ ਨੂੰ ਸਿੰਚਾਈ ਕਰਨਾ, ਉਸ ਨੂੰ ਫਸਲ ਦਾ ਰੂਪ ਦੇਣਾ, ਕੱਟ ਕੇ ਅਨਾਜ ਦੇ ਰੂਪ ਦੇ ਵਿੱਚ ਪਰਿਵਰਤਨ ਕਰਨਾ, ਇਸ ਸਭ ਦੇ ਲਈ ਇਨਸਾਨ ਦੀ ਜ਼ਰੂਰਤ ਹੁੰਦੀ ਆ। ਇਹ ਸਾਰੇ ਲਈ ਉਹ ਕਹਿੰਦੇ ਵੀ ਧਾਤੂ ਜਿਹੜਾ ਹੁੰਦਾ, ਮੈਟਲ ਹਰ ਜਗ੍ਹਾ ਨਹੀਂ ਪਾਇਆ ਜਾਂਦਾ, ਲੇਕਿਨ ਜਿੱਥੇ ਵੀ ਇਹ ਪਾਇਆ ਜਾਂਦਾ ਉਸ ਨੂੰ ਪਿਘਲਾ ਕੇ ਔਜ਼ਾਰ ਬਣਾਉਣਾ, ਹਥਿਆਰ ਬਣਾਉਣਾ, ਜੋ ਵੀ ਆ ਉਹਦੇ ਲਈ ਇਨਸਾਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬਾਬਾ ਸਾਹਿਬ ਕਹਿੰਦੇ ਵੀ ਇਨਸਾਨ ਜਿਹੜਾ ਹੈਗਾ ਇਤਿਹਾਸ ਨਿਰਮਾਣ ਕਰਨ ਦੇ ਵਿੱਚ ਉਸ ਦਾ ਬਹੁਤ ਵੱਡਾ ਰੋਲ ਹੁੰਦਾ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਵੀ ਜੋ ਪਰਿਵਾਰ ਦਾ ਉਹਨਾਂ ਨੇ, ਮੰਮਾ ਉਹਨਾਂ ਨੇ ਸਾਡੇ ਨੇ ਨਵ ਨਿਰਮਾਣ ਉਹਨਾਂ ਦਾ ਕੀਤਾ, ਚੰਗਾ ਫਿਊਚਰ ਦਿੱਤਾ ਆ, ਜੋ ਉਹਨਾਂ ਨੂੰ ਸੈਟਲ ਕੀਤਾ ਆ, ਜੋ ਉਹਨਾਂ ਨੂੰ ਆਪਣੀਆਂ ਸਿੱਖਿਆਵਾਂ ਦਿੱਤੀਆਂ, ਇਹਦੇ ਵਿੱਚ ਜਿਹੜਾ ਰੋਲ ਹੈਗਾ ਮੈਂ ਕਿਸੇ ਅਦ੍ਰਿਸ਼ ਸ਼ਕਤੀ ਨੂੰ ਨਾ ਦੇ ਕੇ ਸਾਰੇ ਦਾ ਸਾਰਾ ਕ੍ਰੈਡਿਟ ਜਿਹੜਾ ਆ ਆਪਣੇ ਮਦਰ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਉਹਨਾਂ ਨੂੰ ਹੀ ਦੇਣਾ ਚਾਹਾਂਗਾ। ਇੱਥੇ ਮੈਂ ਇੱਕ ਗੱਲ ਇਹ ਵੀ ਜੋੜਨਾ ਚਾਹਾਂਗਾ ਕਿ ਵੀ ਮੈਂ ਇਹ ਮਹਿਸੂਸ ਕੀਤਾ ਹੈ ਕਿ ਵੀ ਜਿਨ੍ਹਾਂ ਘਰਾਂ ਦੇ ਵਿੱਚ ਅੰਬੇਡਕਰ ਮਿਸ਼ਨ ਗਿਆ ਉਹਨਾਂ ਘਰਾਂ ਦੇ ਵਿੱਚ ਬੜੀ ਖੁਸ਼ਹਾਲੀ ਆਈ ਆ, ਉਹਨਾਂ ਘਰਾਂ ਨੇ ਕਾਫੀ ਪ੍ਰਗਤੀ ਕੀਤੀ ਆ। ਇਹ ਮੈਂ ਇੱਕ ਉਦਾਹਰਣ ਇਸ ਦੇਣਾ ਚਾਹਾਂਗਾ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ 1951 ਦੇ ਵਿੱਚ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਮੈਂ ਇੱਥੇ ਜ਼ਿਕਰ ਕਿਉਂ ਕਰ ਰਿਹਾ ਮੈਂ ਅੱਗੇ ਦੱਸਣਾ ਚਾਹਾਂਗਾ। ਬਾਬਾ ਸਾਹਿਬ ਡਾਕਟਰ ਅੰਬੇਡਕਰ 1951 ਦੇ ਵਿੱਚ ਜਦੋਂ ਪੰਜਾਬ ਦੌਰੇ ਦੇ ਉੱਤੇ ਆਏ ਸੀਗੇ ਆਪਣੇ ਪੋਲੀਟੀਕਲ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ, ਤੇ ਉਹਨਾਂ ਦਾ ਪਹਿਲਾ ਜਿਹੜਾ ਲੈਕਚਰ ਸੀਗਾ ਉਹ ਰਾਮਦਾਸਪੁਰਾ ਜਲੰਧਰ, ਜਿਸ ਨੂੰ ਅੱਜ ਅਸੀਂ ਬੂਟਾ ਮੰਡੀ ਦੇ ਨਾਮ ਨਾਲ ਜਾਣਦੇ ਆ, ਉੱਥੇ ਹੋਇਆ ਸੀਗਾ। ਤੇ ਉਸ ਤੋਂ ਅਗਲਾ ਜਿਹੜਾ ਲੈਕਚਰ ਸੀਗਾ DAV ਕਾਲਜ ਜਲੰਧਰ ਵਿੱਚ ਡੈਮੋਕ੍ਰੇਸੀ ਦੇ ਉੱਤੇ ਹੋਇਆ ਸੀ, ਜਿਹੜਾ ਕਿ ਬੜਾ ਮਹੱਤਵਪੂਰਨ ਲੈਕਚਰ ਆ। ਤੀਸਰਾ ਜਿਹੜਾ ਲੈਕਚਰ ਸੀਗਾ ਉਹਨਾਂ ਦਾ ਲੁਧਿਆਣੇ ਅਤੇ ਚੌਥਾ ਪਟਿਆਲੇ ਦੇ ਵਿੱਚ ਸੀਗਾ। ਲੁਧਿਆਣੇ ਜਾਣ ਤੋਂ ਪਹਿਲਾਂ ਉਹ ਫਲੋਰ ਜਿਹੜਾ ਡੇਰਾ ਬ੍ਰਹਮਦਾਸ ਉਹਨਾਂ ਦਾ ਡੇਰਾ ਆ ਫਲੋਰ ਦੇ ਵਿੱਚ, ਉੱਥੇ ਉਹ ਰੁਕੇ ਸੀਗੇ, ਕਿਉਂਕਿ ਇਹ ਜਿਹੜੀ ਬੈਲਟ ਆ ਫਲੋਰ ਦੀ ਜਿਹੜੀ ਬੈਲਟ ਰਹੀ ਆ, ਇਹ ਸਾਰੀ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਬੜਾ ਗੜ੍ਹ ਰਹੀ ਆ। ਉਸ ਸਮੇਂ ਵੀ ਰਹੀ, ਬਾਬਾ ਸਾਹਿਬ ਦੇ ਟਾਈਮ ਵੀ, ਤੇ ਹੁਣ ਵੀ ਰਹੀ ਆ। ਜਦੋਂ ਬਾਬਾ ਸਾਹਿਬ ਉੱਥੇ ਰੁਕੇ ਸੀਗੇ ਫਲੋਰ ਦੇ ਵਿੱਚ ਬ੍ਰਹਮਦਾਸ ਉਹਨਾਂ ਦੇ ਡੇਰੇ ਤੇ ਉਦੋਂ ਉਹਨਾਂ ਨਾਲ ਜਿਹੜੀ ਸੰਤ ਬ੍ਰਹਮਦਾਸ ਉਹਨਾਂ ਨਾਲ ਮੁਲਾਕਾਤ ਹੋਈ, ਤੇ ਬਾਬਾ ਸਾਹਿਬ ਨੇ ਸੰਤ ਬ੍ਰਹਮਦਾਸ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਦੱਸੋ ਸਾਡੇ ਤੋਂ ਕੀ ਚਾਹੁੰਦੇ ਆ। ਤੇ ਸੰਤ ਬ੍ਰਹਮਦਾਸ ਉਹਨਾਂ ਨੇ ਕਿਹਾ ਕਿ ਵੀ ਬਾਬਾ ਸਾਹਿਬ ਤੁਸੀਂ ਸਾਡੇ ਸਮਾਜ ਦੇ ਜਿਹੜੀਆਂ ਔਰਤਾਂ ਹੈਗੀਆਂ, ਬਜ਼ੁਰਗ ਮਾਤਾਵਾਂ ਹੈਗੀਆਂ, ਉਹਨਾਂ ਦੇ ਹੱਥਾਂ 'ਚੋਂ ਰੰਬਾ ਛਡਾ ਦਿਓ। ਇਹ ਸੰਤ ਬ੍ਰਹਮਦਾਸ ਉਹਨਾਂ ਦੇ ਸ਼ਬਦ ਸੀਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਪੁਰਾਣੇ ਬਜ਼ੁਰਗ ਆ ਸਾਡੇ, ਉਹ ਜਾਣਦੇ ਆ ਕਿ ਵੀ ਸਾਡੀਆਂ ਜਿਹੜੀਆਂ ਪੁਰਾਣੀਆਂ ਮਾਤਾਵਾਂ ਸੀਗੀਆਂ, ਬਜ਼ੁਰਗ ਮਾਤਾਵਾਂ ਸੀਗੀਆਂ, ਉਹ ਘਾਹ ਖੋਤਣ ਜਾਂਦੀਆਂ ਹੁੰਦੀਆਂ ਸੀਗੀਆਂ। ਘਾਹ ਖੋਤ ਕੇ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ, ਵੇਚਣਾ, ਪਸ਼ੂ ਵਗੈਰਾ ਪਾਲਣੇ ਜਾਂ ਪਰਿਵਾਰ ਦਾ ਗੁਜ਼ਾਰਾ ਉਹਦੇ 'ਤੇ ਚੱਲਦਾ ਹੁੰਦਾ ਸੀਗਾ। ਸੋ ਇਹੀ ਮੰਨ ਲਓ ਆਸ਼ਾ ਸੰਤ ਬ੍ਰਹਮਦਾਸ ਉਹਨਾਂ ਨੇ ਕਿਹਾ ਵੀ ਸਾਡੇ ਸਮਾਜ ਦੇ ਹੱਥੋਂ ਛੁਡਾ ਦਿਓ। ਤੇ ਦੇਖੋ ਜੇ ਅੱਜ ਸਾਡੇ ਮਦਰ ਹੁਣੀ ਰਿਟਾਇਰ ਹੋਣ ਜਾ ਰਹੇ ਆ ਆਪਣੀ ਸਥਾਈ ਨੌਕਰੀ ਤੋਂ, ਤਾਂ ਮੈਂ ਕਹਿਣਾ ਚਾਹੁੰਦਾ ਕਿ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਸਾਡੀਆਂ ਜਿਹੜੀਆਂ ਮਾਤਾਵਾਂ ਸੀ ਉਹਨਾਂ ਦੇ ਹੱਥੋਂ ਰੰਬਾ ਛੁੱਟ ਗਿਆ ਅਤੇ ਉਹਨਾਂ ਦੇ ਹੱਥ ਕਲਮ ਆ ਗਈ ਆ। ਉਹ ਅੱਜ ਨਾ ਕਿ ਮੰਨ ਲਓ ਕਹਿਣ ਦਾ ਮਤਲਬ ਜਿੱਦਾਂ ਹੁਣ ਮੰਮਾ ਹੁਣੀ ਆਪਣੀ ਪੋਸਟ ਤੋਂ ਰਿਟਾਇਰ ਹੋਏ, ਹੋਰ ਬਹੁਤ ਸਾਰੀਆਂ ਮਹਿਲਾਵਾਂ ਹੈਗੀਆਂ, ਔਰਤਾਂ ਹੈਗੀਆਂ ਸਾਡੀਆਂ ਸਮਾਜ ਦੀਆਂ ਜਿਨ੍ਹਾਂ ਨੇ ਬਹੁਤ ਨਾਮ ਕਮਾਇਆ, ਚੰਗੀਆਂ ਪੋਸਟਾਂ ਤੋਂ ਰਿਟਾਇਰ ਹੋ ਰਹੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਇਹ ਮੰਨ ਲਓ ਕਾਫੀ ਉਪਕਾਰ ਰਿਹਾ ਸਾਡੇ ਸਮਾਜ ਦੇ ਉੱਤੇ। ਇੱਥੇ ਮੈਂ ਇੱਕ ਗੱਲ ਇਹ ਵੀ ਜੋੜਨਾ ਚਾਹਾਂਗਾ, ਜਿਹੜੀ ਮੈਂ ਕਿਹਾ ਸੀਗਾ ਕਿ ਵੀ ਜਿਨ੍ਹਾਂ ਘਰਾਂ ਦੇ ਵਿੱਚ ਅੰਬੇਡਕਰ ਮਿਸ਼ਨ ਗਿਆ ਉੱਥੇ ਖੁਸ਼ਹਾਲੀ ਆਈ। ਜਿਹੜਾ ਸੰਤ ਬ੍ਰਹਮਦਾਸ ਉਹਨਾਂ ਦਾ ਡੇਰਾ ਆ ਜਿੱਥੇ ਬਾਬਾ ਸਾਹਿਬ ਹੁਣੀ ਆਏ ਆ, ਉਸ ਡੇਰੇ ਤੋਂ ਜਿਹੜਾ ਸੈਫਾਬਾਦ ਪਿੰਡ ਆ ਜਿੱਥੇ ਦੇ ਸਾਡੇ ਮੰਮਾ ਹੁਣੀ ਜੰਮ ਪਾ ਲਿਆ, ਉਹ ਸੈਫਾਬਾਦ ਪਿੰਡ ਜਿਹੜਾ ਆ ਜ਼ਿਆਦਾ ਤੋਂ ਜ਼ਿਆਦਾ ਮੇਰੇ ਖਿਆਲ 3-4 ਕਿਲੋਮੀਟਰ ਹੀ ਆ। ਜੇ ਆਪਾਂ ਉੱਦਾਂ ਦੇਖੀਏ ਤਾਂ 10-15 ਮਿੰਟ ਦਾ ਰਾਸਤਾ ਜੇ ਪੈਦਲ ਚੱਲਣਾ ਹੋਵੇ ਤਾਂ। ਤੇ ਅਜਿਹਾ ਨਹੀਂ ਹੋ ਸਕਦਾ ਕਿ ਵੀ ਉਹ ਜਿਹੜਾ ਪਿੰਡ ਆ ਉੱਥੇ ਬਾਬਾ ਸਾਹਿਬ ਦੇ ਵਿਚਾਰ ਨਾ ਗਏ ਹੁਣ, ਬਾਬਾ ਸਾਹਿਬ ਦੇ ਵਿਚਾਰ ਨਾ ਗਏ ਹੁਣ। ਮੈਂ ਤਾਂ ਇਹਦੇ ਕੜੀ ਦੇ ਵਿੱਚ ਇਹ ਵੀ ਜੋੜਨਾ ਚਾਹਾਂਗਾ ਕਿ ਵੀ ਅਜਿਹਾ ਵੀ ਨਹੀਂ ਹੋ ਸਕਦਾ ਵੀ ਜਿਹੜੇ ਸਾਡੇ ਨਾਨਾ ਨਾਨੀ ਜੀ ਆ, ਸ਼੍ਰੀ ਮਿਲਖੀ ਰਾਮ ਜੀ ਤੇ ਸ਼੍ਰੀਮਤੀ ਚੰਨੋ ਦੇਵੀ ਜੀ, ਉਹਨਾਂ ਦੇ ਵਿੱਚ ਨਾ ਬਾਬਾ ਸਾਹਿਬ ਦੇ ਵਿਚਾਰ ਗਏ ਹੋਣ। ਇਹਦੇ ਜ਼ਰੂਰ ਉਹਨਾਂ ਦੇ ਵਿੱਚ ਬਾਬਾ ਸਾਹਿਬ ਦੇ ਵਿਚਾਰ ਗਏ ਹੋਣੇ। ਇਸੇ ਕਰਕੇ ਉਹਨਾਂ ਨੇ ਆਪਣੇ ਬੇਟਿਆਂ ਦੇ ਨਾਲ ਨਾਲ ਆਪਣੀਆਂ ਬੇਟੀਆਂ ਨੂੰ ਵੀ ਐਜੂਕੇਸ਼ਨ ਵੱਲ ਨੂੰ ਤੋਰਿਆ, ਉਹਨਾਂ ਨੂੰ ਵੀ ਚੰਗੀ ਐਜੂਕੇਸ਼ਨ ਦੇਣੀ ਚਾਹੀ। ਜਿੱਦਾਂ ਕਿ ਮੰਮਾ ਹੁਣੀ ਸਾਡੇ ਗ੍ਰੈਜੂਏਟ ਆ, ਤੇ ਇਹ ਸਾਰੇ ਮੰਨ ਲਓ ਮੈਂ ਚਾਹੁੰਦਾ ਕਿ ਵੀ ਸਾਡੇ ਨਾਨਾ ਨਾਨੀ ਜੀ ਹੁਣਾਂ ਦਾ ਹੀ ਮੰਨ ਲਓ ਉਹਨਾਂ ਦਾ ਹੀ ਉਪਕਾਰ ਆ, ਉਹਨਾਂ ਦਾ ਹੀ ਬਲੀਦਾਨ ਆ ਕਿ ਵੀ ਉਹਨਾਂ ਨੇ ਆਪਣੇ ਲੜਕਿਆਂ ਦੇ ਨਾਲ ਨਾਲ ਆਪਣੀਆਂ ਲੜਕੀਆਂ ਨੂੰ ਵੀ ਐਜੂਕੇਸ਼ਨ ਦਿੱਤੀ ਤੇ ਉੱਧਰ ਨੂੰ ਤੋਰਿਆ। ਇੱਥੇ ਦੇਖੋ ਉਹ ਦੌਰ ਸੀਗਾ ਵੀ ਜਦੋਂ ਮੰਨ ਲਓ ਜਦੋਂ ਮੰਮਾ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਇਹ ਉਹ ਦੌਰ ਸੀ ਜਦੋਂ ਲੜਕਿਆਂ ਦਾ ਹੀ ਪੜ੍ਹਾਈ ਦਾ ਕੋਈ ਖਾਸ ਟਿਕਾਣਾ ਨਹੀਂ ਸੀ। ਲੜਕੀਆਂ ਦੀਆਂ ਤਾਂ ਗੱਲਾਂ ਹੀ ਦੂਰ ਸੀ ਆਪਣੇ ਸਮਾਜ 'ਚ, ਲੇਕਿਨ ਫਿਰ ਵੀ ਉਹਨਾਂ ਨੇ ਪੜ੍ਹਾਈ ਕੀਤੀ। ਇੱਥੇ ਇੱਕ ਗੱਲ ਮੈਂ ਹੋਰ ਉਦਾਹਰਨ ਦੇਣਾ ਚਾਹੁੰਦਾ ਮੰਮਾ ਉਹਨਾਂ ਦੀ ਸਕੂਲ ਟਾਈਮ ਦੀ। ਮੰਮਾ ਹੁਣੀ ਦੱਸ ਰਹੇ ਜ਼ਿਕਰ ਮੈਂ ਸੁਣਨੇ ਦੇ ਵਿੱਚ ਮੇਰੇ ਆਇਆ, ਉਹ ਇਹ ਕਹਿੰਦੇ ਕਿ ਵੀ ਜਦੋਂ ਮੈਂ ਸਕੂਲੇ ਸੀਗੇ ਵੀ ਮੈਨੂੰ ਇੱਕ ਵਾਰੀ ਵਜ਼ੀਫਾ ਮਿਲਿਆ। ਜਦੋਂ ਸਾਨੂੰ ਵਜ਼ੀਫਾ ਮਿਲਿਆ, ਵਜ਼ੀਫਾ ਮਿਲਣੇ ਤੋਂ ਬਾਅਦ ਮੈਂ ਕੀ ਕੀਤਾ ਵੀ ਵਜ਼ੀਫਾ ਮਿਲਣੇ ਤੋਂ ਬਾਅਦ ਕੁਛ ਪੈਸੇ ਨਾਲ ਮੈਂ ਬਾਟਾ ਦੀ ਚੱਪਲ ਲਈ, ਤੇ ਬਾਟਾ ਦੀ ਮੈਂ ਚੱਪਲ ਲਈ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਇਸ ਗੱਲ ਦੀ। ਇਹ ਜਿਹੜੀਆਂ ਗੱਲ ਆ, ਮੈਂ ਇਹ ਤੋਂ ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਸਾਂਝੀਆਂ ਕਰਨਾ ਚਾਹੁੰਦਾ। ਇਹ ਤੋਂ ਦੋ ਗੱਲਾਂ ਸਾਬਿਤ ਹੁੰਦੀਆਂ। ਇੱਕ ਤਾਂ ਇਹ ਕਿ ਵੀ ਦੇਖੋ ਮੰਮਾ ਉਹਨਾਂ ਦੀ ਸੋਚ ਜਿਹੜੀ ਸੀ ਉਸ ਸਮੇਂ ਹੀ ਕਾਫੀ ਪ੍ਰੋਗਰੈਸਿਵ ਸੀ, ਕਾਫੀ ਅੱਗੇ ਮੰਨ ਲਓ ਡਿਵੈਲਪ ਸੀਗੀ ਕਿ ਵੀ ਮੈਂ ਜਿਹੜਾ ਹੈਗਾ ਚੰਗਾ ਖਾਣਾ, ਚੰਗਾ ਪਾਉਣਾ, ਚੰਗਾ ਸਟੇਟਸ ਬਣਾਉਣਾ ਆ। ਬਾਟਾ ਜਿਹੜਾ ਸੀਗਾ ਇੱਕ ਉਹ ਬ੍ਰਾਂਡ ਸੀਗਾ, ਉਦੋਂ ਵੀ ਸੀਗਾ ਹੁਣ ਵੀ ਸੀਗਾ।
ਹੁਣ ਵੀ ਹੈਗਾ ਆ, ਉਦੋਂ ਵੀ ਸੀਗਾ। ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਮੇਨ ਚੀਜ਼ ਆ ਉਹ ਨਾ ਮੰਨ ਲਓ ਵਾਟਾ ਵਗੈਰਾ ਲੈਣਾ, ਜਾਣੀ ਕਿ ਉੱਚੀ ਸੋਚ ਰੱਖਣ ਵਾਲੀ ਗੱਲ ਸੀਗੀ ਕਿ ਵੀ ਮੈਂ ਚੰਗਾ ਖਾਣਾ, ਚੰਗਾ ਪਾਉਣਾ ਤੇ ਚੰਗਾ ਇੱਕ ਸਟੇਟਸ ਬਣਾਉਣਾ। ਦੂਸਰੀ ਗੱਲ ਇੱਥੇ ਇਹ ਵੀ ਸਾਬਤ ਹੁੰਦੀ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਸਾਡੇ ਸਮਾਜ ਦੇ ਲਈ ਜਿਹੜੇ ਸਿੱਖਿਆ ਦੇ ਦਰਵਾਜ਼ੇ ਸੀਗੇ ਉਹ ਖੁੱਲ੍ਹੇ, ਉੱਥੇ ਸਾਡਾ ਸਮਾਜ ਅੰਦਰ ਜਾ ਕੇ ਦਾਖਲ ਹੋਇਆ। ਉਸ ਤੋਂ ਬਾਅਦ ਵਜ਼ੀਫੇ ਮਿਲਣੇ, ਉਸ ਤੋਂ ਬਾਅਦ ਨੌਕਰੀਆਂ ਸਥਾਈ ਮਿਲਣੀਆਂ, ਜਿਹੜੀਆਂ ਹੈਗੀਆਂ ਨੌਕਰੀਆਂ ਦੇ ਉੱਤੇ ਕਵਚ ਹੋਣਾ, ਪੈਰਾਂ 'ਚ ਸਾਡੇ ਜੁੱਤੀਆਂ ਆਉਣੀਆਂ, ਸਾਨੂੰ ਚੰਗੇ ਕੱਪੜੇ ਆਉਣੇ। ਬਾਬਾ ਸਾਹਿਬ ਅੰਬੇਡਕਰ ਦੀ ਇਹ ਬੜਾ ਉਪਕਾਰ ਆ ਸਾਡੇ ਉੱਤੇ ਜਿਹੜਾ ਹੋਇਆ। ਇਸੇ ਤਰ੍ਹਾਂ ਮੈਂ ਜਿੱਦਾਂ ਮੈਂ ਕਿਹਾ ਕਿ ਲੈ ਵੀ ਫਲੋਰ ਤੋਂ ਜਿਹੜਾ ਹੈਗਾ ਸੈਫਾਬਾਦ ਪਿੰਡ ਵੀ ਦੂਰ ਨਹੀਂ ਹੈਗਾ। ਤੇ ਦੂਸਰੀ ਗੱਲ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਜੇ ਆਪਣੇ ਫਲੋਰ ਤੋਂ ਗੱਲ ਕਰੀ ਜਾਵੇ, ਲਸਾੜਾ ਜਿਹੜਾ ਹੈ, ਲਸਾੜਾ ਵੀ ਕੋਈ ਜ਼ਿਆਦਾ ਦੂਰ ਨਹੀਂਗਾ। ਲਸਾੜਾ ਵੀ ਇਹ ਜਿਹੜਾ ਹੈਗਾ ਇਹਨੂੰ ਮੇਨ ਟਾਊਨ ਜਿਹੜਾ ਫਲੋਰ ਹੀ ਲੱਗਦਾ। ਤੇ ਇਸ ਕਰਕੇ ਇਹ ਜਿਹੜਾ ਬੈਲਟ ਰਹੀ ਆ ਅੰਬੇਡਕਰ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਦੀ ਗੜ ਰਿਹਾ ਆ। ਲਸਾੜਾ ਜਿੱਥੇ ਦੇ ਸਾਡੇ ਪਿਤਾ ਸ਼੍ਰੀ ਓਮ ਲਾਲ ਜੀ ਹੁਣੀ ਜੰਮ ਪਾਲਿਆ। ਤੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਦਾਦੀ ਦਾਦਾ ਜੀ ਯਾਨੀ ਸਾਡੇ ਪਿਤਾ ਸ਼੍ਰੀ ਓਮ ਲਾਲ ਜੀ, ਉਹਨਾਂ ਦੇ ਮਾਤਾ ਪਿਤਾ ਜੀ ਸ਼੍ਰੀ ਤੁਲਸੀ ਰਾਮ ਜੀ ਅਤੇ ਸ਼੍ਰੀਮਤੀ ਮਨਸੋ ਦੇਵੀ ਜੀ, ਉਹਨਾਂ ਦੇ ਵਿੱਚ ਵੀ ਅੰਬੇਡਕਰ ਮਿਸ਼ਨ ਦੇ ਗੁਣ ਜਿਹੜੇ ਆ ਸ਼ਾਇਦ ਗਏ ਹੋਣਗੇ ਜ਼ਰੂਰ। ਉਹਨਾਂ ਨੇ ਤਾਂ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਆ ਅੰਬੇਡਕਰ ਮਿਸ਼ਨ ਦੇ ਵੱਲ ਤੋਰਿਆ। ਜਦੋਂ ਮੈਂ ਪਹਿਲਾਂ ਦੱਸਿਆ ਵੀ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜ਼ਿਕਰ ਕਿਉਂ ਕੀਤਾ, ਉਹ ਮੈਂ ਇਸੇ ਕਰਕੇ ਕੀਤਾ ਕਿਉਂਕਿ ਸਾਡੇ ਜਿਹੜੇ ਪਿਤਾ ਸ਼੍ਰੀ ਓਮ ਲਾਲ ਜੀ ਉਹ ਅੰਬੇਡਕਰ ਮਿਸ਼ਨ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹੁੰਦੇ ਸੀਗੇ। ਉਹ ਅੰਬੇਡਕਰੀ ਸਭਾ ਸੁਸਾਇਟੀਆਂ ਨਾਲ ਜੁੜੇ ਹੋਏ ਸੀਗੇ। ਐਵਰੀ ਸੰਡੇ ਹੋ ਗਿਆ ਜਾਂ ਹੋਰ ਛੁੱਟੀ ਦੇ ਦਿਨਾਂ 'ਚ ਉਹਨਾਂ ਨੇ ਪ੍ਰਚਾਰ ਪ੍ਰਸਾਰ ਕਰਨ ਲਈ ਜਾਣਾ, ਬੱਚਿਆਂ ਨੂੰ ਆਪਣਿਆਂ ਨੂੰ ਪ੍ਰੇਰਿਤ ਕਰਨਾ, ਅੰਬੇਡਕਰ ਮਿਸ਼ਨ ਦੇ ਵਿੱਚ ਅੱਗੇ ਵਧਣ ਦੇ ਲਈ ਜਾਂ ਐਜੂਕੇਸ਼ਨ ਦੇ ਲਈ ਪ੍ਰੇਰਿਤ ਕਰਨਾ। ਉਹਨਾਂ ਨੇ ਹੋਰ ਸਮਾਜ ਨੂੰ ਵੀ ਜਿਹੜਾ ਸੀਗਾ ਉਹਨਾਂ ਨੂੰ ਵੀ ਸਿੱਖਿਆਵਾਂ ਦੇਣੀਆਂ ਅੰਬੇਡਕਰ ਮਿਸ਼ਨ ਦੇ ਲਈ ਅੱਗੇ ਵਧਣ ਦੇ ਲਈ। ਇਹ ਸਾਰਾ ਕੁਝ ਪ੍ਰੇਰਿਤ ਕਰਦੇ ਰਹੇ ਆ। ਯਾਨੀ ਕਿ ਮੁੱਕਰੀ ਗੱਲ ਇਹ ਹੈ ਕਿ ਵੀ ਜਿਹੜੇ ਸਾਡੇ ਫਾਦਰ ਸੀਗੇ ਉਹ ਅੰਬੇਡਕਰ ਮਿਸ਼ਨ 'ਚ ਆਪਣੀਆਂ ਸੇਵਾਵਾਂ ਦਿੰਦੇ ਹੁੰਦੇ ਸੀਗੇ। ਉੱਥੋਂ ਹੀ ਉਹਨਾਂ ਨੇ ਸਿੱਖਿਆਵਾਂ ਜਿਹੜੀਆਂ ਸੀ ਆਪਣੇ ਬੱਚਿਆਂ ਨੂੰ ਦਿੱਤੀਆਂ, ਮੰਮਾ ਹੁਣਾਂ ਨੂੰ ਦਿੱਤੀਆਂ ਕਿ ਵੀ ਤੁਸੀਂ ਇਹ ਸਾਰਾ ਕੁਝ ਜਿਹੜਾ ਹੈ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਆ, ਇਹ ਸਾਰਾ ਕੁਝ ਅੱਗੇ ਕਰਨਾ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਸਾਡੇ ਮਦਰ ਆ ਉਹਨਾਂ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਜਿਹੜਾ ਹੈਗਾ ਬਾਖੂਬੀ ਨਿਭਾਇਆ। ਅਸਲ ਵਿੱਚ ਮੈਂ ਇੱਥੇ ਇੱਕ ਗੱਲ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਵੀ ਜੋ ਜ਼ਿੰਮੇਵਾਰੀਆਂ ਮੈਂ ਮਹਿਸੂਸ ਕੀਤਾ ਸਾਰਾ ਕੁਝ ਕਿ ਵੀ ਜੋ ਜ਼ਿੰਮੇਵਾਰੀਆਂ ਸਾਡੇ ਫਾਦਰ ਸਾਹਿਬ ਹੋਣੀ ਮੰਮਾ ਉਹਨਾਂ ਨੂੰ ਦੇ ਕੇ ਗਏ ਸੀਗੇ, ਉਹ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਸਾਰੀਆਂ ਉਹਨਾਂ ਨੇ ਨਿਭਾਈਆਂ। ਜੋ ਸੁਪਨੇ ਸਾਡੇ ਫਾਦਰ ਸਾਹਿਬ ਉਹਨਾਂ ਨੇ ਮੰਮਾ ਉਹਨਾਂ ਨੇ ਉਹਨਾਂ ਦੇ ਨਾਲ ਦੇਖੇ ਸੀਗੇ, ਉਹ ਸੁਪਨੇ ਉਹਨਾਂ ਦੇ ਪੂਰੇ ਕੀਤੇ ਆ। ਜਿਸ ਮੁਤਾਬਕ ਮੈਂ ਦੱਸਣਾ ਚਾਹੁੰਦਾ ਕਿ ਵੀ ਦੇਖੋ ਅਸਲ ਵਿੱਚ ਇੱਕ ਜੀਵਨ ਸਾਥੀ ਦਾ ਚਲੇ ਜਾਣਾ ਇਹ ਆਸਾਨ ਨਹੀਂ ਹੁੰਦਾ। ਇੱਕ ਤਾਂ ਜੀਵਨ ਸਾਥੀ ਦਾ ਚਲੇ ਜਾਣਾ ਸਾਡੇ ਲਈ ਬੜਾ ਦੁਖਦਾਇਕ ਹੁੰਦਾ। ਦੂਸਰੀ ਇੰਡੀਅਨ ਸੋਸਾਇਟੀ ਇੱਦਾਂ ਦੀ ਆ ਕਿ ਵੀ ਔਰਤ ਨੂੰ ਜਿਹੜਾ ਆ ਕਿਸੇ ਹੋਰ ਹੀ ਨਜ਼ਰੀਏ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦੀ ਆ ਕਿ ਵੀ ਪਤਾ ਨਹੀਂ ਕਈ ਸ਼ੁਭ ਕਰਮ ਅਜਿਹੇ ਹੁੰਦੇ ਜਾਣੀ ਕਿ ਖੁਸ਼ੀ ਦੇ ਇੱਦਾਂ ਦੇ ਕਰਮ ਹੁੰਦੇ ਆ, ਕੰਮ ਹੁੰਦੇ ਜਿਨ੍ਹਾਂ ਦੇ ਵਿੱਚ ਉਹਦੀ ਪਾਰਟਿਸਪੇਸ਼ਨ ਨੂੰ ਉਹ ਸਹੀ ਨਹੀਂ ਮੰਨਦੇ। ਜਾਣੀ ਇੱਕ ਤਾਂ ਜਾਣੀ ਕਿ ਜੀਵਨ ਸਾਥੀ ਦਾ ਚਲੇ ਜਾਣਾ ਬੜਾ ਦੁਖਦਾਈ ਹੁੰਦਾ। ਦੂਸਰਾ ਜਿਹੜਾ ਸਮਾਜ ਇੱਦਾਂ ਦਾ ਵਤੀਰਾ ਕਰਦਾ ਉਹ ਬੜਾ ਦੁਖਦਾਈ ਹੁੰਦਾ। ਹੋਣਾ ਇਹ ਚਾਹੀਦਾ ਕਿ ਵੀ ਜਿਹੜੇ ਵੱਡੇ ਬਜ਼ੁਰਗ ਆ ਉਹਨਾਂ ਦੇ ਹੱਥ ਸਿਰ ਦੇ ਉੱਤੇ ਹੋਣੇ ਚਾਹੀਦੇ ਕਿ ਵੀ ਕੋਈ ਗੱਲ ਨਹੀਂ, ਜੋ ਭਾਣਾ ਮੰਨ ਲਓ ਜਿੱਦਾਂ ਦਾ ਹੋਣਾ ਸੀਗਾ ਉਹ ਚਲੋ ਹੋ ਗਿਆ, ਉਹਨੂੰ ਅਸੀਂ ਨਹੀਂ ਟਾਲ ਸਕੇ, ਲੇਕਿਨ ਅਸੀਂ ਤੁਹਾਡੇ ਨਾਲ ਆ ਸਾਰਾ ਕੁਝ। ਜਿਹੜੇ ਹਾਣ ਦੇ ਆ ਉਹ ਮੋਢੇ ਦੇ ਉੱਤੇ ਹੱਥ ਰੱਖ ਕੇ ਕਹਿ ਸਕਦੇ ਵੀ ਘਬਰਾਉਣ ਦੀ ਲੋੜ ਨਹੀਂ, ਵੀ ਅਸੀਂ ਤੁਹਾਡੇ ਨਾਲ ਆ ਸਾਰਾ ਕੁਝ। ਜਿਹੜੇ ਛੋਟੇ ਆ ਜਾਂ ਵੱਡੇ ਆ ਉਹ ਹੱਥ ਫੜ ਕੇ ਅੱਗੇ ਨੂੰ ਤੋਰ ਸਕਦੇ ਵੀ ਜ਼ਿੰਦਗੀ ਜਿਹੜੀ ਬੜੀ ਲੰਬੀ ਆ, ਕੋਈ ਗੱਲ ਨਹੀਂ, ਸੰਘਰਸ਼ ਜਾਰੀ ਰੱਖੋ, ਅਸੀਂ ਸਾਰੇ ਰਲ ਮਿਲ ਕੇ ਜੋ ਵੀ ਆ ਦੁੱਖ ਮੁਸੀਬਤਾਂ ਸਹਾਵਾਂਗੇ। ਲੇਕਿਨ ਇੰਡੀਅਨ ਸੋਸਾਇਟੀ ਦੇ ਵਿੱਚ ਹੁੰਦਾ ਕੁਝ ਉਲਟ ਹੀ ਆ। ਇਹ ਸਾਰਾ ਕੁਝ ਸਹਿੰਦੇ ਹੋਏ ਮੰਮਾ ਹੁਣਾਂ ਨੇ ਜੋ ਉਹਨਾਂ ਨਾਲ ਜ਼ਿੰਮੇਵਾਰੀਆਂ ਦੇ ਗਏ ਸੀ ਫਾਦਰ ਸਾਹਿਬ ਨੇ ਉਹ ਸਾਰੀਆਂ ਨਿਭਾਈਆਂ। ਸੁਪਨੇ ਦੇ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਵੀ ਫਾਦਰ ਸਾਹਿਬ ਉਹਨਾਂ ਨੇ ਜੋ ਬੱਚਿਆਂ ਦੇ ਲਈ ਫਿਊਚਰ ਦੇ ਲਈ ਸੁਪਨੇ ਦੇਖੇ ਸੀਗੇ ਉਹ ਮੰਮਾ ਉਹਨਾਂ ਨੇ ਪੂਰੇ ਕੀਤੇ। ਜੋ ਉਹਨਾਂ ਨੇ ਘਰ ਬਣਾਉਣ ਦਾ ਸੁਪਨਾ ਦੇਖਿਆ ਸੀ ਵੀ ਇਸ ਤਰੀਕੇ ਦਾ ਹੋਣਾ, ਉਹ ਵੀ ਮੰਮਾ ਉਹਨਾਂ ਨੇ ਸਾਰਾ ਦਾ ਸਾਰਾ ਉਸ ਤਰੀਕੇ ਦੇ ਨਾਲ ਬਣਾਇਆ। ਜਿਹੜੀਆਂ ਰਿਸ਼ਤੇਦਾਰੀ ਦੇ ਵਿੱਚ ਜ਼ਿੰਮੇਵਾਰੀਆਂ ਸੀਗੀਆਂ ਕਿ ਵੀ ਕਿਸ ਤਰੀਕੇ ਨਾਲ ਕਰਨੀਆਂ, ਉਹ ਵੀ ਮੰਮਾ ਉਹਨਾਂ ਨੇ ਸਾਰਾ ਕੁਝ ਕੀਤਾ। ਅਕਸਰ ਉਹ ਕਹਿੰਦੇ ਰਹਿੰਦੇ ਵੀ ਜਿਹੜੇ ਰਿਸ਼ਤੇਦਾਰ ਆ ਸਾਡੇ ਫਾਦਰ ਸਾਹਿਬ ਉਹਨਾਂ ਦੇ ਆ ਤੇ ਆਪਾਂ ਕੋਈ ਕਮੀ ਪੇਸ਼ੀ ਨਹੀਂ ਕਿਸੇ ਵੀ ਪ੍ਰਕਾਰ ਦੀ ਆਉਣ ਦੇਣੀ ਹੈ ਕਿ ਸਾਰਾ ਜੋ ਬਣਦਾ ਅਸੀਂ ਸਾਰਾ ਕੁਝ ਕਰਾਂਗੇ। ਤੇ ਉਹ ਕਰਦੇ ਆਏ ਆ, ਕਰ ਰਹੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਵੀ ਅਸਲ ਵਿੱਚ ਜੋ ਜ਼ਿੰਮੇਵਾਰੀਆਂ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਨਿਭਾਈਆਂ। ਮੰਮਾ ਹੁਣੀ ਨਾ ਕਿ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਬਲਕਿ ਸੋਸ਼ਲੀ ਵਰਕ ਵੀ ਉਹ ਕਰਦੇ ਰਹੇ ਆ। ਸਮਾਜਿਕ ਤੌਰ ਤੇ ਵੀ ਉਹਨਾਂ ਦੇ ਮਨ ਦੇ ਵਿੱਚ ਕਾਫੀ ਰਹਿੰਦਾ ਆ ਵੀ ਸਮਾਜਿਕ ਤੌਰ ਤੇ ਵੀ ਅਸੀਂ ਕੁਛ ਨਾ ਕੁਛ ਐਕਟੀਵਿਟੀ ਕਰਦੇ ਰਹੀਏ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਇੱਕ ਰਿਸ਼ਤੇਦਾਰੀ ਦੇ ਵਿੱਚ ਹੀ ਸੀਗੇ ਜਿਹੜੇ ਕਿ ਬਜ਼ੁਰਗ ਸੀਗੇ, ਉਹ ਥੋੜ੍ਹਾ ਹੈਂਡੀਕੈਪਟ ਹੋ ਗਏ, ਪੈਰਾਂ ਤੋਂ ਬੜੇ ਲਾਚਾਰ ਹੋ ਗਏ ਤੇ ਬਜ਼ੁਰਗ ਸੀਗੇ। ਮੰਮਾ ਉਹਨਾਂ ਨੇ ਮੈਨੂੰ ਕਿਹਾ ਵੀ ਵਰਿੰਦਰ ਇੱਦਾਂ ਵੀ ਆਪਾਂ ਚੱਲਣਾ ਆ ਤੇ ਇਹਨਾਂ ਦੇ ਲਈ ਆਪਾਂ ਵੀਲ ਚੇਅਰ ਲਿਆਉਣੀ। ਜਦੋਂ ਅਸੀਂ ਗਏ ਉੱਥੋਂ ਜਾ ਕੇ ਵੀਲ ਚੇਅਰ ਲਈ ਹੋਰ ਉਹਨਾਂ ਨੇ ਲਿਆ ਸਮਾਨ ਵਗੈਰਾ, ਵੋਕਰ ਲਿਆ, ਹੋਰ ਕਾਫੀ ਸਮਾਨ ਲੈ ਕੇ ਉਹਨਾਂ ਨੂੰ ਦਿੱਤਾ ਕਿ ਵੀ ਠੀਕ ਹੈ ਵੀ ਤੁਹਾਡੇ ਲਈ, ਨਾ ਕਿ ਉਹਨਾਂ ਦੇ ਲਈ ਬਲਕਿ ਉਹਨਾਂ ਨੇ ਜਦੋਂ ਮੰਮਾ ਉਹਨਾਂ ਦੇ ਆਪਣੇ ਸੱਸ ਦੇ ਜਿਹੜੇ ਆ ਉਹ ਮਦਰ ਇਨ ਲਾਅ ਜਿਹੜੇ ਆ ਉਹ ਬਿਮਾਰ ਸੀਗੇ, ਉਦੋਂ ਉਹਨਾਂ ਦੀ ਸੇਵਾ ਦੇ ਵਿੱਚ ਵੀ ਉਹ ਕਾਫੀ ਸਮਾਂ ਦਿੰਦੇ ਰਹੇ ਆ। ਉਸ ਤੋਂ ਇਲਾਵਾ ਵੀ ਮੰਨ ਲਓ ਜਿੱਥੇ ਤੱਕ ਲੋੜ ਪੈਂਦੀ ਰਹੀ ਉਹ ਸਾਰੀਆਂ ਕੁਛ ਆਪਣੀਆਂ ਸੇਵਾਵਾਂ ਜਿਹੜੀਆਂ ਆ ਆਪਣੀਆਂ ਸਾਰੀਆਂ ਦਿੰਦੇ ਰਹੇ ਆ।
ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਇੱਥੇ ਮੈਂ ਅੰਤ ਵਿੱਚ ਕਹਿਣਾ ਚਾਹੁੰਦਾ, ਮੈਂ ਇਸ ਕਰਕੇ ਨਹੀਂ ਕੀਤੀਆਂ ਕਿ ਵੀ ਇੱਕ ਮਦਰ ਇਨ ਲੋ ਜਾਂ ਸਨ ਇਨ ਲੋ ਦੇ ਮੰਨ ਲਓ ਰਿਸ਼ਤੇ ਦੀ ਹੈਸੀਅਤ ਦੇ ਨਾਲ ਅਜਿਹਾ ਨਹੀਂਗਾ। ਮੈਂ ਇਹ ਸਮਝਿਆ ਨਹੀਂਗਾ ਕਿ ਲੈ ਵੀ ਜਿਹੜੇ ਸਾਡੇ ਮਦਰ ਆ ਉਹ ਮੇਰੇ ਮਦਰ ਇਨ ਲੋ ਆ, ਮੰਨ ਲਓ ਸ਼੍ਰੀਮਤੀ ਨਿਰਮਲਾ ਕੁਮਾਰੀ ਜੀ ਜਿਹੜੇ ਆ ਉਹ ਮੇਰੇ ਮਦਰ ਇਨ ਲੋ ਆ, ਅਜਿਹਾ ਨਹੀਂ ਮੈਂ ਸਮਝਿਆ। ਮੈਂ ਉਹਨਾਂ ਨੂੰ ਆਪਣੇ ਮਦਰ ਹੀ ਸਮਝ ਕੇ ਚੱਲਿਆ ਆ ਤੇ ਉਸ ਤਰੀਕੇ ਨਾਲ ਹੀ ਉਹਨਾਂ ਨੇ ਮੈਨੂੰ ਹਮੇਸ਼ਾ ਮੰਨ ਲਓ ਟਰੀਟ ਕਰਦੇ ਰਹੇ ਆ। ਮੈਂ ਉਹਨਾਂ ਨੂੰ ਉਸ ਤਰੀਕੇ ਨਾਲ ਮਿਲਦਾ ਰਿਹਾ ਸਾਰਾ ਕੁਝ। ਇਹੀ ਕਾਰਨ ਹੈ ਕਿ ਵੀ ਜਿੱਦਾਂ ਮੈਂ ਉਹਨਾਂ ਨੂੰ ਆਪਣੇ ਮਦਰ ਮੰਨ ਕੇ ਚੱਲਦਾ ਵੀ ਜਦੋਂ ਮੰਨ ਲਓ ਬਾਕੀ ਜਿਹੜੇ ਬੱਚੇ ਹੈਗੇ ਆ ਉਹਨਾਂ ਬਾਕੀ ਬੱਚਿਆਂ ਦੇ ਨਾਲ ਜਦੋਂ ਬਾਈ ਚਾਂਸ ਮੰਨ ਲਓ ਕਿਸੇ ਟਾਈਮ ਉਹ ਮੇਰੀ ਵੀ ਕਲਾਸ ਲਗਾਉਣ ਵੱਲ ਨੂੰ ਚਲੇ ਜਾਂਦੇ ਆ ਤੇ ਮੈਂ ਉਹਦਾ ਬੁਰਾ ਨਹੀਂ ਮੰਨਦਾ ਤੇ ਸਾਰਾ ਕੁਝ ਹੋ ਜਾਂਦਾ। ਚਲੋ ਇਹ ਸੌਰੀ ਮੈਂ ਤਾਂ ਹਾਸੇ ਨਾਲ ਕਹਿ ਦਿੱਤਾ, ਲੇਕਿਨ ਅਜੇ ਇਹ ਇੱਕ ਸੱਚਾਈ ਹੈ ਕਿ ਵੀ ਜਿਹੜੇ ਮਦਰ ਹੁਣੀ ਆ ਸਾਡੇ ਉਹਨਾਂ ਨੇ ਕਦੀ ਮੇਰੇ ਨਾਲ ਕੁਛ ਇੱਦਾਂ ਦਾ ਨਹੀਂ ਕੀਤਾ ਜਿਹੜਾ ਮੈਨੂੰ ਲੱਗੇ ਕਿ ਲੈ ਵੀ ਠੀਕ ਹੈ ਵੀ ਉਹਨਾਂ ਨੇ ਮੈਨੂੰ ਕੁਛ ਕਦੀ ਕਿਹਾ। ਉਹ ਬੜਾ ਲਾਡ ਪਿਆਰ ਕਰਦੇ ਰਹੇ ਆ, ਹਮੇਸ਼ਾ ਇੱਕ ਮਦਰ ਦੀ ਤਰ੍ਹਾਂ ਹੀ ਉਹਨਾਂ ਨੇ ਮੈਨੂੰ ਟਰੀਟ ਕੀਤਾ, ਬੜਾ ਪਿਆਰ ਕਰਦੇ ਲਾਡ ਪਿਆਰ ਕਰਦੇ ਰਹਿੰਦੇ ਆ। ਲੇਕਿਨ ਇੱਕ ਗੱਲ ਜ਼ਰੂਰ ਆ ਮੈਂ ਤੇ ਕਹਿਣਾ ਚਾਹਾਂਗਾ ਮੰਮਾ ਉਹਨਾਂ ਨੂੰ, ਉਹ ਇਹ ਆ ਕਿ ਅਸਲ ਵਿੱਚ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੰਮਾ ਹੁਣੀ ਜਿਹੜੇ ਹੈਗੇ ਨਾ ਉਹ ਕੁਕਿੰਗ ਵੀ ਬੜੀ ਜ਼ਬਰਦਸਤ ਕਰਦੇ ਆ। ਉਹਨਾਂ ਦਾ ਕੁਕਿੰਗ ਦੇ ਵਿੱਚ ਵੀ ਕੋਈ ਮੁਕਾਬਲਾ ਨਹੀਂ ਹੈਗਾ, ਖਾਸ ਤੌਰ 'ਤੇ ਪਰੌਠੇ ਬਣਾਉਣ ਦੇ ਵਿੱਚ। ਪਰੌਠੇ ਜਦੋਂ ਬਣਾਉਂਦੇ ਆ ਮਲਾਈ ਜੀ ਪਾ ਕੇ ਬੜੇ ਜ਼ਬਰਦਸਤ ਹੁੰਦੇ ਆ। ਤੇ ਲੇਕਿਨ ਮੈਂ ਇੱਕ ਇੱਥੇ ਕਹਿਣਾ ਚਾਹੁੰਦਾ ਕਿ ਵੀ ਮੰਨ ਲਓ ਜਿਹੜੇ ਮੰਮਾ ਹੁਣੀ ਆ ਉਹਨਾਂ ਨੇ ਜਿਹੜੇ ਪਰੌਠੇ ਆ ਇਹ ਰੇਨੂ ਨੂੰ ਪਤਾ ਨਹੀਂ ਕਿਉਂ ਨਹੀਂ ਬਣਾਉਣੇ ਸਿਖਾਏ, ਉਹਨਾਂ ਨੂੰ ਜ਼ਰੂਰ ਸਿਖਾਉਣੇ ਚਾਹੀਦੇ। ਹੁਣ ਮੰਮਾ ਹੁਣੀ ਰਿਟਾਇਰ ਹੋ ਗਏ ਆ, ਫ੍ਰੀ ਆ, ਤੇ ਮੈਂ ਜ਼ਰੂਰ ਰੇਨੂ ਉਹਨਾਂ ਨੂੰ ਭੇਜੂੰਗਾ ਕਿ ਲੈ ਵੀ ਠੀਕ ਆ ਤੁਸੀਂ ਉਹਨੂੰ ਜ਼ਰੂਰ ਟ੍ਰੇਨ ਕਰੋ ਇਸ ਮਾਮਲੇ ਦੇ ਵਿੱਚ। ਅੱਗੇ ਹੁਣ ਮੈਂ ਸਾਰੀ ਗੱਲ ਸਮਾਪਤ ਕਰਦਾ ਹੋਇਆ ਇੱਥੇ ਅੰਤ ਦੇ ਵਿੱਚ ਇੱਕ ਇਹ ਕਹਿਣਾ ਚਾਹੂੰਗਾ ਵੀ ਜੀਵਨ ਅਤੇ ਜੋਤੀ ਜਿਨ੍ਹਾਂ ਨੇ ਇਹਨਾਂ ਨੂੰ ਮੈਂ ਇੱਕ ਮੰਨ ਲਓ ਇਹ ਸ਼ਾਬਾਸ਼ ਦੇ ਪਾਤਰ ਆ। ਉਹ ਇਸ ਕਰਕੇ ਕਿਉਂਕਿ ਅਸੀਂ ਸਭ ਜਾਣਦੇ ਪਿਛਲੇ ਦਿਨੀ ਜਿਹੜੀ ਇੱਕ ਛੋਟੀ ਬੇਟੀ ਦੀ ਮੈਰਿਜ ਹੋਈ ਆ, ਰਜਨੀ ਸਮਰਾਟ ਦੀ ਜਿਹੜੀ ਮੈਰਿਜ ਹੋਈ ਆ ਪਿਛਲੇ ਦਿਨੀ, ਉਹ ਮੈਰਿਜ ਕਿਹਨਾਂ ਹਾਲਾਤਾਂ ਵਿੱਚ ਹੋਈ, ਫਾਈਨੈਂਸ਼ਲੀ ਜਿਹੜੀਆਂ ਪ੍ਰੋਬਲਮਾਂ ਸੀ, ਸਮੱਸਿਆਵਾਂ ਸੀਗੀਆਂ, ਸਾਰਿਆਂ ਕੁਛ ਕਿਸ ਤਰ੍ਹਾਂ ਉਹ ਮੈਰਿਜ ਜਿਹੜੀ ਹੋਈ ਆ, ਉਸ ਮੈਰਿਜ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆ ਯੋਗਦਾਨ ਜਿਹੜਾ ਆ ਉਹ ਜੀਵਨ ਨੇ ਬੜਾ ਮੰਨ ਲਓ ਨਿਭਾਇਆ। ਫਾਈਨੈਂਸ਼ਲੀ ਤੌਰ 'ਤੇ ਵੀ ਰਿਹਾ ਆ ਤੇ ਵਿਚਾਰਕ ਤੌਰ 'ਤੇ ਵੀ ਰਿਹਾ ਆ। ਜੋਤੀ ਨੇ ਵੀ ਬੜਾ ਯੋਗਦਾਨ ਫਾਈਨੈਂਸ਼ਲੀ ਤੌਰ 'ਤੇ ਵਿਚਾਰਕ ਤੌਰ 'ਤੇ ਨਿਭਾਇਆ ਆ। ਜੀਵਨ ਇਸ ਮੈਟਰ ਨੂੰ ਲੈ ਕੇ ਬੜਾ ਸੀਰੀਅਸ ਵੀ ਰਿਹਾ ਆ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਛੋਟੀ ਉਮਰ ਦੇ ਵਿੱਚ ਉਹਨੇ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਿਆ, ਇਸ ਲਈ। ਅਤੇ ਜੋਤੀ ਜਿੱਦਾਂ ਕਿ ਉਹ ਪਹਿਲਾਂ ਕੈਨੇਡਾ ਗਈ ਸੀ, ਮੰਮਾ ਉਹਨਾਂ ਨੇ ਜਿੱਦਾਂ ਸਾਰਾ ਪੈਸਾ ਲਾ ਕੇ ਉਹਨਾਂ ਨੂੰ ਭੇਜਿਆ, ਕਾਫੀ ਬਾਲ ਮੰਮਾ ਦਾ ਕਰਜ਼ੇ 'ਚ ਵੱਜ ਗਿਆ ਸੀਗਾ, ਲੇਕਿਨ ਜੋਤੀ ਨੇ ਉਹ ਪੇ ਬੈਕ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਦੂਸਰਾ ਇਹ ਆ ਵੀ ਇਹ ਜਿਹੜਾ ਵਿਆਹ ਦਾ ਸੀਗਾ ਇਹ ਬੋਝ ਜਿਹੜਾ ਮੰਮਾ ਉਹਨਾਂ ਦੇ ਉੱਤੇ ਜ਼ਿਆਦਾ ਨਹੀਂ ਪੈਣ ਦਿੱਤਾ, ਉਹਨਾਂ ਨੇ ਦੋਨਾਂ ਨੇ ਜੀਵਨ ਅਤੇ ਜੋਤੀ ਨੇ ਚੱਕਿਆ ਆ। ਇਸ ਲਈ ਉਹ ਜਿਹੜੇ ਆ ਸ਼ਾਬਾਸ਼ ਦੇ ਪਾਤਰ ਆ। ਅਤੇ ਸਾਡੇ ਛੋਟੇ ਮਾਮਾ ਜੀ ਸ਼੍ਰੀ ਭੁਪਿੰਦਰ ਲਾਲ ਜੀ, ਉਹ ਵੀ ਮੈਂ ਚਾਹੁੰਦਾ ਕਿ ਵੀ ਉਹਨਾਂ ਦਾ ਵੀ ਧੰਨਵਾਦ ਮੈਂ ਕਰਨਾ ਚਾਹਾਂਗਾ। ਇਸ ਵਿਆਹ ਦੇ ਵਿੱਚ ਉਹਨਾਂ ਨੇ ਵੀ ਪਰਸਨਲੀ ਇੰਟਰਸਟ ਲੈ ਕੇ ਬੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ, ਬੜਾ ਮਤਲਬ ਸੀਰੀਅਸ ਰਹੇ ਇਸ ਵਿਆਹ ਨੂੰ ਲੈ ਕੇ, ਤੇ ਬਹੁਤ ਉਹਨਾਂ ਨੇ ਮਤਲਬ ਦੌੜ ਭੱਜ ਕੀਤੀ ਆ। ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹਾਂਗਾ। ਮਾਮਾ ਜੀ ਉਹਨਾਂ ਦੀ ਇੱਕ ਹੋਰ ਵੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਵੀ ਪਿਛਲੇ ਦਿਨੀ ਅਸੀਂ ਬੈਠੇ ਹੋਏ ਸੀਗੇ ਰਜਨੀ ਦੀ ਮੈਰਿਜ ਤੋਂ ਬਾਅਦ, ਮਾਮਾ ਜੀ ਹੁਣੀ ਬੈਠੇ ਹੋਏ ਸੀ ਤੇ ਉਹ ਗੱਲ ਕਰਦੇ ਵੀ ਕਹਿੰਦੇ ਵੀ ਪਹਿਲਾਂ ਜਿਹੜਾ ਸੀਗਾ ਵਰਿੰਦਰ ਦੀ ਰੇਨੂ ਦੀ ਮੈਰਿਜ ਹੋ ਗਈ ਤੇ ਵਰਿੰਦਰ ਹੁਣੀ ਜਿਹੜਾ ਸੀ ਅਸੀਂ ਥੋੜੀ ਜਗ੍ਹਾ ਜਿਹੜੀ ਸੀਗੀ ਸਾਈਡ ਨੂੰ ਆਪਣੀ ਜਗ੍ਹਾ ਜਿਹੜੀ ਥੋੜੀ ਸਾਈਡ ਨੂੰ ਕਰ ਲਈ। ਹੁਣ ਦੂਸਰੀ ਬੇਟੀ ਦੀ ਮੈਰਿਜ ਹੋ ਗਈ, ਅਸੀਂ ਥੋੜੀ ਹੋਰ ਸਾਈਡ ਨੂੰ ਕਰ ਲਈ। ਜਿੱਦਾਂ ਦੂਸਰੀਆਂ ਦੋ ਲੜਕੀਆਂ ਰਹਿੰਦੀਆਂ ਉਹਨਾਂ ਦੀ ਮੈਰਿਜ ਹੋ ਜਾਣੀ ਤੇ ਅਸੀਂ ਹੋਰ ਜਿਹੜਾ ਹੈਗਾ ਥੋੜਾ ਸਾਈਡ ਨੂੰ ਜਿਹੜਾ ਹੈਗਾ ਨਾ ਹੋ ਜਾਣਾ। ਅਜਿਹਾ ਨਹੀਂ ਹੁੰਦਾ ਮਾਮਾ ਜੀ। ਐਕਚੁਅਲੀ ਜਿਹੜੀਆਂ ਜਗ੍ਹਾ ਹੁੰਦੀਆਂ ਨਾ, ਮੰਨ ਲਓ ਜਿੱਦਾਂ ਕਹਿੰਦੇ ਮਾਮਾ ਜੀ ਨੇ ਕਹਿੰਦੇ ਵੀ ਜਗ੍ਹਾ ਇਹਨਾਂ ਨੇ ਲੈ ਲਈ, ਅਜਿਹਾ ਨਹੀਂ ਹੁੰਦਾ। ਦੇਖੋ ਜਿਹੜੀਆਂ ਜਗ੍ਹਾ ਹੈਗੀਆਂ ਇਹ ਲਈਆਂ ਨਹੀਂ ਜਾਂਦੀਆਂ, ਜਗ੍ਹਾ ਜਿਹੜੀਆਂ ਬਣਾਈਆਂ ਜਾਂਦੀਆਂ। ਤੇ ਮਾਮਾ ਜੀ ਮੈਂ ਇਹ ਕਹਿਣਾ ਚਾਹੁੰਦਾ ਤੁਹਾਡਾ ਜਿਹੜਾ ਜਗ੍ਹਾ ਹੈਗੀ, ਤੁਹਾਡਾ ਜਿਹੜਾ ਨਜ਼ਰੀਆ ਹੈਗਾ, ਮੰਨ ਲਓ ਇਸ ਪਰਿਵਾਰ ਦੇ ਸਮਰਾਟ ਪਰਿਵਾਰ ਦੇ ਨਜ਼ਰ ਦੇ ਵਿੱਚ ਤੁਹਾਡਾ ਸਟੇਟਸ ਜਿਹੜਾ ਆ ਬਹੁਤ ਉੱਚਾ ਆ। ਤੁਹਾਡੇ ਪ੍ਰਤੀ ਪ੍ਰੇਮ ਪਿਆਰ ਸਤਿਕਾਰ ਜਿਹੜਾ ਉਹਨਾਂ ਦਾ ਬਹੁਤ ਆ। ਉਹ ਇੱਕ ਵਰਿੰਦਰ ਦਾ ਕਿ 10 ਵਰਿੰਦਰ ਵੀ ਹੋਣ ਉਹ ਲੈ ਨਹੀਂ ਸਕਦੇ ਹੈਗੇ। ਤੁਸੀਂ ਅਜਿਹਾ ਨਹੀਂ ਮਹਿਸੂਸ ਕਰਨਾ, ਤੁਸੀਂ ਸਿਰਫ ਸਾਨੂੰ ਜਾਣੀ ਕਿ ਇਹ ਜਿਹੜਾ ਹੈਗਾ ਮਤਲਬ ਦੱਸਣਾ, ਤੁਸੀਂ ਹੁਕਮ ਕਰਨਾ ਤੇ ਅਸੀਂ ਉਸ ਹੁਕਮ ਦੀ ਤਾਮੀਲ ਕਰਨੀ ਆ। ਵੈਸੇ ਮਾਮਾ ਜੀ ਹੁਣੀ ਅਕਸਰ ਜਦੋਂ ਅਸੀਂ ਉਹਨਾਂ ਨੂੰ ਕੋਈ ਰਿਕੁਐਸਟ ਕਰਦੇ ਆ ਉਹ ਸਾਡੀ ਰਿਕੁਐਸਟ ਜਿਹੜੀ ਆ ਬੇਨਤੀ ਆ ਮੰਨ ਲੈਂਦੇ ਆ। ਧੰਨਵਾਦ ਮਾਮਾ ਜੀ, ਤੁਸੀਂ ਪਿਛਲੇ ਦਿਨੀ ਵੀ ਸਾਡੀ ਜਿਹੜੀ ਬੇਨਤੀ ਆ ਉਹ ਕਬੂਲ ਕੀਤੀ, ਜੋ ਵੀ ਸੀਗਾ ਕਰ ਲੈਂਦੇ ਆ ਤੁਸੀਂ। ਤੇ ਬਾਕੀ ਮਾਮੀ ਜੀ ਹੁਣੀ ਜਿਹੜੇ ਸਾਡੇ ਆ ਛੋਟੇ, ਸਮਾਂ ਬਹੁਤ ਜ਼ਿਆਦਾ ਹੋ ਗਿਆ, ਜੇ ਮੈਂ ਕਹਿਣ ਜਾਵਾਂ ਤਾਂ ਬਹੁਤ ਲੰਬਾ ਟਾਈਮ ਚਾਹੀਦਾ, ਲੇਕਿਨ ਮੈਂ ਇੱਥੇ ਅੰਤ ਵਿੱਚ ਸਿਰਫ ਇਹੀ ਕਹਿਣਾ ਚਾਹੂੰਗਾ ਵੀ ਮਾਮੀ ਜੀ ਜਿਹੜੇ ਆ ਸਾਡੇ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ। ਉਹ ਬਹੁਤ ਮੰਨ ਲਓ ਕਹਿਣ ਦਾ ਮਤਲਬ ਉਹਨਾਂ ਦੇ ਵੱਲੋਂ ਵੀ ਬੜਾ ਪਿਆਰ ਸਤਿਕਾਰ ਮਿਲਦਾ ਰਹਿੰਦਾ ਆ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ। ਬਾਕੀ ਵੀ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਸੱਜਣਾਂ ਦਾ ਧੰਨਵਾਦ, ਜਿਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਹੀ ਨਾਲ ਰਹੀਆਂ। ਅੰਤ ਵਿੱਚ ਮੰਮਾ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਦੇਖੋ ਬੇਸ਼ੱਕ ਤੁਸੀਂ ਆਪਣੀ ਸਥਾਈ ਨੌਕਰੀ ਤੋਂ ਰਿਟਾਇਰ ਹੋ ਗਏ ਆ, ਲੇਕਿਨ ਇਹ ਰਿਟਾਇਰ ਹੋ ਗਏ, ਹੁਣ ਤੁਹਾਡਾ ਉਹ ਸਮਾਂ ਆ ਜਦੋਂ ਪਹਿਲਾਂ ਤੁਸੀਂ ਬੱਚਿਆਂ ਲਈ ਬਹੁਤ ਕੁਝ ਕੀਤਾ, ਹੁਣ ਬੱਚਿਆਂ ਦਾ ਫਰਜ਼ ਹੈ ਵੀ ਤੁਹਾਡੇ ਲਈ ਕਰਨ।
ਇੰਡੀਅਨ ਕਨਸਟੀਟਿਊਸ਼ਨ ਜਿੱਥੇ ਸਾਨੂੰ ਮੰਨ ਲਓ ਕਹਿਣ ਦਾ ਮਤਲਬ ਬਹੁਤ ਸਾਰੇ ਅਧਿਕਾਰ ਦਿੰਦਾ ਆ, ਉੱਥੇ ਸਾਡੀਆਂ ਡਿਊਟੀਆਂ ਵੀ ਲਗਾਉਂਦਾ ਵੀ ਆ, ਤੁਹਾਡੇ ਫਰਜ਼ ਵੀ ਆ, ਇਹ ਵੀ ਨਿਭਾਉਣੇ ਆ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਵੀ ਜੋ ਤੁਹਾਡੇ ਫਰਜ਼ ਸੀ ਬੱਚਿਆਂ ਦੇ ਪ੍ਰਤੀ ਤੁਸੀਂ ਉਹ ਨਿਭਾਤੇ ਆ। ਜੋ ਤੁਹਾਡੀਆਂ ਹੁਣ ਬੱਚਿਆਂ ਦੀ ਜਿਹੜੀ ਡਿਊਟੀ ਬਣਦੀ ਆ ਤੁਹਾਡੇ ਪ੍ਰਤੀ, ਉਹ ਸਮਾਂ ਆ। ਤੁਹਾਨੂੰ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਉਣਗੀ। ਹਰ ਕੋਈ ਤੁਹਾਡੇ ਬਹੁਤ ਕਹਿਣੇ 'ਚ ਆ, ਤੁਹਾਡਾ ਬੜਾ ਪ੍ਰੇਮ ਪਿਆਰ, ਤੁਹਾਡੇ ਨਾਲ ਸਤਿਕਾਰ ਕਰਦੇ। ਖਾਸ ਤੌਰ ਤੇ ਜੀਵਨ ਤੁਹਾਡਾ ਬੜਾ ਪਿਆਰ ਕਰਦਾ। ਜੀਵਨ ਆ, ਮੈਂ ਵੀ ਆ, ਤੁਸੀਂ ਜਿੱਦਾਂ ਦਾ ਤੁਸੀਂ ਜੀਵਨ ਨੂੰ ਸਮਝਦੇ ਉੱਦਾਂ ਦਾ ਮੈਨੂੰ ਸਮਝ ਕੇ ਜੋ ਤੁਹਾਨੂੰ ਮੰਨ ਲਓ ਕੋਈ ਵੀ ਕਿਸੇ ਕਿਸਮ ਦੀ ਗੱਲ ਆ ਤੁਸੀਂ ਕਹਿ ਸਕਦੇ ਆ। ਅੰਤ ਦੇ ਵਿੱਚ ਬਸ ਇਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਾਂਗਾ ਤੁਹਾਡੀ ਰਿਟਾਇਰਮੈਂਟ ਦੇ ਲਈ, ਤੇ ਤੁਹਾਡੀਆਂ ਜਿਹੜੀਆਂ ਆਉਣ ਵਾਲੀ ਲਾਈਫ ਆ ਉਹ ਸਾਰੀ ਹੱਸੀ ਖੁਸ਼ੀ ਬੀਤੇਗੀ। ਅਜਿਹਾ ਅਸੀਂ ਤੁਹਾਨੂੰ ਬਚਨ ਦਿੰਦੇ ਆ। ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਭੂਆ ਜੀ, ਪੈਰੀ ਪੰਨਾ ਪਹਿਲਾਂ ਤਾਂ ਤੁਹਾਨੂੰ ਰਿਟਾਇਰਮੈਂਟ ਦੀਆਂ ਬਹੁਤ ਸਾਰੀਆਂ ਵਧਾਈਆਂ। ਸਾਨੂੰ ਸਾਰਿਆਂ ਨੂੰ ਪਤਾ ਤੁਸੀਂ ਪਿਛਲੇ ਸਾਰੇ ਸਾਲਾਂ ਵਿੱਚ ਜਿੰਨੇ ਵੀ ਸਾਲ ਤੁਸੀਂ ਕੰਮ ਕੀਤਾ, ਤੁਸੀਂ ਕਿੰਨੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ। ਚਾਹੇ ਤੁਸੀਂ ਬਿਮਾਰ ਹੋਵੋ, ਠੰਡ ਹੋਵੇ, ਗਰਮੀ ਹੋਵੇ, ਤੁਸੀਂ ਕਦੀ ਕੰਮ ਤੋਂ ਆਫ ਨਹੀਂ ਲਿਆ। ਤੁਸੀਂ ਹਮੇਸ਼ਾ ਹਾਰਡ ਵਰਕ ਤੇ ਫੋਕਸ ਕੀਤਾ ਵਾ। ਤੁਸੀਂ ਹਮੇਸ਼ਾ ਆਪਣੀ ਫੈਮਿਲੀ ਨੂੰ ਅੱਗੇ ਰੱਖਿਆ ਵਾ, ਤੇ ਬਾਬਾ ਜੀ ਨੇ ਵੀ ਆਹ ਚੀਜ਼ ਦੇਖੀ ਆ, ਤੇ ਅਸੀਂ ਬਾਬਾ ਜੀ ਨੇ ਵੀ ਹੌਲੀ ਹੌਲੀ ਆਪਣੀ ਸਾਰੀ ਫੈਮਿਲੀ ਸੈੱਟ ਕਰ ਦੇਣੀ ਆ। ਤੇ ਤੁਸੀਂ ਹੁਣ ਚਿਲ ਰਹੋ, ਰਿਲੈਕਸ ਰਹੋ, ਕੋਈ ਟੈਨਸ਼ਨ ਨਹੀਂ ਲੈਣੀ। ਹੁਣ ਤੁਸੀਂ ਰਿਟਾਇਰ ਹੋਣ ਜਾ ਰਹੇ ਹੋ, ਇਹਦਾ ਮਤਲਬ ਇਹ ਹੈ ਕਿ ਤੁਸੀਂ ਟੈਨਸ਼ਨਾਂ ਤੋਂ ਰਿਟਾਇਰ ਹੋਣ ਜਾ ਰਹੇ ਹੋ। ਸੋ ਖਿਆਲ ਰੱਖੋ ਆਪਣਾ, ਖੁਸ਼ ਰਹੋ, ਤੇ ਪੈਰੀ ਪੈਨਾ ਐਂਡ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ। Happy retirement. Happy retirement, Bua ji. बहुत ਵਧਾਈਆਂ ਤੁਹਾਨੂੰ. Enjoy your party and look forward to seeing you soon. ਹੈਲੋ ਆਂਟੀ, ਵਧਾਈਆਂ ਬਹੁਤ ਬਹੁਤ ਤੁਹਾਨੂੰ ਰਿਟਾਇਰਮੈਂਟ ਦੀਆਂ। ਇੰਨੇ ਸਾਲਾਂ ਦਾ ਹਾਰਡ ਵਰਕ ਕੀਤਾ, ਹੁਣ ਲਾਈਫ ਇੰਜੋਏ ਕਰਿਓ। ਵਿਸ਼ ਯੂ ਬੈਸਟ ਆਫ ਲੱਕ ਫॉर योर ਫਿਊਚਰ ਐਂਡ ਹੋਪ ਟੂ ਸੀ ਯੂ ਸੂਨ here in Canada. And happy retirement. Wish you all the best. Happy retirement, Grandma ji. Happy retirement. See you soon. Bye. Good luck. Bye.